ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਗੁਰਮਤ ਕਲਾਸ ਦੇ ਵਿੱਚ। ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਅਸੀਂ ਹਰ ਰੋਜ਼ ਸਿੱਧ ਗੋਸ਼ਟ ਪਾਵਨ ਬਾਣੀ ਦੀ ਵਿਚਾਰ ਆਰੰਭ ਕੀਤੀ ਹੈ ਕੱਲ ਤੋਂ ਲੈ ਕੇ। ਸਿੱਧ ਗੋਸ਼ਟ ਦਾ ਮਤਲਬ ਹੈ ਕਿ ਸਿੱਧਾਂ ਦੇ ਨਾਲ ਹੋਈ ਗੋਸ਼ਟ, ਉਹਨਾਂ ਦੇ ਨਾਲ ਹੋਇਆ ਵਿਚਾਰ ਵਟਾਂਦਰਾ। ਸਿੱਧਾਂ ਨੇ ਆਪਣੇ ਸਵਾਲ ਰੱਖੇ ਨੇ, ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ, ਔਰ ਨਾਲ ਜੋ ਆਪਣਾ ਮਤ ਹੈ ਉਹ ਪੇਸ਼ ਕੀਤਾ ਹੈ। ਔਰ ਜੋ ਯੂਨੀਵਰਸਲ ਟਰੁਥ ਹੈ, ਜ਼ਿੰਦਗੀ ਦੀ ਸੱਚਾਈ ਹੈ, ਧਰਮ ਕੀ ਹੈ, ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੇ ਸਾਹਮਣੇ ਰੱਖਿਆ ਹੈ। ਆਓ ਬੜੇ ਪਿਆਰ ਦੇ ਨਾਲ ਜੋ ਅਗਲੀ ਵਿਚਾਰ ਹੈ ਅਸੀਂ ਵਿਚਾਰਨ ਦਾ ਯਤਨ ਕਰੀਏ। ਤਾਂ ਜਿਵੇਂ ਸਵਾਲ ਕੀਤਾ ਸੀ ਕਿ ਤੁਸੀਂ ਕਿੱਥੋਂ ਆਏ ਹੋ, ਕੌਣ ਹੋ, ਤਾਂ ਗੁਰੂ ਜੀ ਨੇ ਬਚਨ ਕੀਤਾ, ਕੱਲ ਅਸਾਂ ਇਹ ਸਵਾਲ ਵਿਚਾਰਿਆ ਸੀ, ਸਹਿਜੇ ਆਏ ਹੁਕਮ ਸਿਧਾਏ ਨਾਨਕ ਸਦਾ ਰਜ਼ਾਏ। ਇੱਥੇ ਸਹਿਜ ਦਾ ਅਰਥ ਵੀ ਹੁਕਮ ਹੀ ਹੈ। ਵੈਸੇ ਸਹਿਜ ਦਾ ਮਤਲਬ ਸਹਿਜ ਸੁਭਾਵਕ ਵੀ ਹੁੰਦਾ ਹੈ, ਸਹਿਜ ਦਾ ਅਰਥ ਗਿਆਨ ਵੀ ਹੈ, ਔਰ ਸਹਿਜ ਦਾ ਅਰਥ ਆਤਮਕ ਅਡੋਲਤਾ ਵੀ ਹੈ। ਸਹਿਜ ਦਾ ਮਤਲਬ ਸਹਿਜੇ ਵੀ ਹੈ, ਪਰ ਇੱਥੇ ਸਹਿਜ ਦਾ ਮਤਲਬ ਹੁਕਮ ਹੀ ਕੀਤਾ ਜਾਏਗਾ। ਸਹਿਜੇ ਆਏ ਹੁਕਮ ਸਿਧਾਏ ਨਾਨਕ ਸਦਾ ਰਜ਼ਾਏ, ਕਿ ਅਸੀਂ ਹੁਕਮ ਵਿੱਚ ਹੀ ਆਏ ਹਾਂ, ਹੁਕਮ ਦੇ ਵਿੱਚ ਹੀ ਜਾ ਰਹੇ ਹਾਂ, ਔਰ ਸਦਾ ਪ੍ਰਭੂ ਦੇ ਹੁਕਮ ਵਿੱਚ ਹੀ ਰਹਿੰਦੇ ਹਾਂ। ਤਾਂ ਇਹਦਾ ਭਾਵ ਜੋ ਹੈ ਉਹ ਇਹ ਹੈ ਕਿ ਹਰ ਇਨਸਾਨ ਇਸ ਦੁਨੀਆ ਵਿੱਚ ਰੱਬੀ ਹੁਕਮ ਵਿੱਚ ਆਉਂਦਾ ਹੈ, ਰੱਬੀ ਹੁਕਮ ਦੇ ਵਿੱਚ ਹੀ ਇਹ ਦੁਨੀਆ ਨੂੰ ਛੱਡ ਜਾਂਦਾ ਹੈ, ਔਰ ਰੱਬੀ ਹੁਕਮ ਦੇ ਅੰਦਰ ਹੀ ਜ਼ਿੰਦਗੀ ਜੀਂਦਾ ਹੈ। ਯਾਨੀ ਨਿਕਾਸ, ਵਿਕਾਸ ਔਰ ਵਿਨਾਸ਼, ਜਨਮ, ਜੀਵਨ ਔਰ ਮੌਤ, ਇਹ ਤਿੰਨੇ ਰੱਬੀ ਹੁਕਮ ਦੇ ਅੰਦਰ ਨੇ। ਤੇ ਹੁਕਮ ਦਾ ਮਤਲਬ ਹੁਕਮ, ਰਜਾ, ਭਾਣਾ, ਲੇਖ, ਇਹ ਸਾਰਿਆਂ ਸ਼ਬਦਾਂ ਵਾਸਤੇ ਆਪਾਂ ਇੱਕ ਸ਼ਬਦ ਯੂਜ਼ ਕਰ ਸਕਦੇ ਹਾਂ, ਸਿਸਟਮ, ਕਿ ਜੋ ਕੁਦਰਤ ਦੇ ਨੇਮ ਨੇ ਉਹਨਾਂ ਦੇ ਵਿੱਚ ਹੀ ਇਹ ਸਾਰਾ ਕੁਝ ਹੋ ਰਿਹਾ ਹੈ। ਪੂਰੀ ਕਾਇਨਾਤ ਹੁਕਮ ਦੇ ਅੰਦਰ, ਰਜ਼ਾ ਦੇ ਅੰਦਰ ਚੱਲ ਰਹੀ ਹੈ। ਆਸਣ ਬੈਸਣ ਥਿਰ ਨਾਰਾਇਣ, ਐਸੀ ਗੁਰਮਤ ਪਾਏ। ਤੇ ਸਵਾਲ ਕੀਤਾ ਸੀ ਕਿ ਤੁਸੀਂ ਕਿੱਥੇ ਬਹਿੰਦੇ ਹੋ, ਯਾਨੀ ਕਿੱਥੇ ਆਪਣੀ ਸੁਰਤ ਨੂੰ ਟਿਕਾਉਂਦੇ ਹੋ, ਕਿਵੇਂ ਤੁਹਾਨੂੰ ਸ਼ਾਂਤੀ ਮਿਲਦੀ ਹੈ, ਸੁੱਖ ਕਿਵੇਂ ਮਾਣਦੇ ਹੋ। ਕਿਉਂਕਿ ਯੋਗੀ ਇਹ ਕਹਿ ਰਹੇ ਨੇ ਕਿ ਅਸੀਂ ਤਾਂ ਗ੍ਰਸਤ ਨੂੰ ਛੱਡ ਦਿੱਤਾ ਹੈ, ਅਸੀਂ ਜੰਗਲਾਂ ਵਿੱਚ ਹਾਂ, ਔਰ ਅਸੀਂ ਸਮਾਧੀ ਲਾਉਂਦੇ ਹਾਂ, ਜਾਂ ਦਸਮ ਦੁਆਰ ਵਿੱਚ ਪ੍ਰਾਣ ਚੜਾਉਂਦੇ ਹਾਂ, ਜਾਂ ਹੋਰ ਸਾਧਨ ਕਰਦੇ ਹਾਂ। ਤਾਂ ਤੁਸੀਂ ਕਿੱਥੇ ਆਪਣੀ ਸੁਰਤ ਨੂੰ ਟਿਕਾਉਂਦੇ ਹੋ, ਤੁਸੀਂ ਕਿਵੇਂ ਖੁਸ਼ ਰਹਿੰਦੇ ਹੋ, ਕਿਵੇਂ ਪ੍ਰਸੰਨ ਰਹਿੰਦੇ ਹੋ, ਤੁਸੀਂ ਆਪਣੀ ਸੁਰਤ ਨੂੰ ਕੀ ਜੋੜਦੇ ਹੋ, ਤੁਹਾਡਾ ਮਤ ਕੀ ਹੈ। ਤਾਂ ਆਸਣ ਦਾ ਮਤਲਬ ਆਸਣ ਵਾਲਾ, ਬੈਸਣ ਦਾ ਮਤਲਬ ਬੈਠਣ ਵਾਲਾ, ਥਿਰ ਦਾ ਮਤਲਬ ਸਦਾ ਕਾਇਮ, ਨਾਰਾਇਣ ਦਾ ਮਤਲਬ ਅਕਾਲ ਪੁਰਖ ਪ੍ਰਭੂ। ਆਸਣ ਵਾਲਾ, ਸਦਾ ਟਿਕੇ ਰਹਿਣ ਵਾਲਾ ਤੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੈ। ਅਸੀਂ ਉਹਦੇ ਚਰਨਾਂ ਵਿੱਚ ਹੀ ਜੁੜਦੇ ਹਾਂ, ਯਾਨੀ ਉਹ ਸदैवी ਹੈ, ਇਸ ਲਈ ਅਸੀਂ ਉਸ ਪ੍ਰਭੂ ਦੇ ਚਰਨਾਂ ਵਿੱਚ ਜੁੜਦੇ ਹਾਂ, ਉਹਦੇ ਹੁਕਮ ਦੇ ਅੰਦਰ ਆਪਣਾ ਧਿਆਨ ਰੱਖਦੇ ਹਾਂ, ਉਹਦੇ ਗੁਣਾਂ ਦੇ ਨਾਲ ਆਪਣੀ ਸੁਰਤ ਨੂੰ ਜੋੜਦੇ ਹਾਂ। ਭਾਵ ਕਿ ਮੈਂ ਪ੍ਰਭੂ ਦੇ ਚਰਨਾਂ ਵਿੱਚ ਹਮੇਸ਼ਾ ਟਿਕਿਆ ਰਹਿੰਦਾ ਹਾਂ। ਤੇ ਪ੍ਰਭੂ ਦੇ ਚਰਨਾਂ ਵਿੱਚ ਟਿਕਣ ਦਾ ਭਾਵ ਹੈ ਕਿ ਰੱਬੀ ਰਜ਼ਾ ਦੇ ਅੰਦਰ ਤੁਰਨਾ। ਜੋ ਮੇਰਾ ਧਿਆਨ ਹੈ ਉਹ ਰੱਬੀ ਗੁਣਾਂ ਦੇ ਵਿੱਚ ਅਸੀਂ ਜੁੜਦੇ ਹਾਂ। ਸਾਨੂੰ ਵੱਖਰੀ ਸਮਾਧੀ ਲਾਉਣ ਦੀ ਲੋੜ ਨਹੀਂ ਹੈ। ਇਹਦੇ ਵਾਸਤੇ ਸਾਨੂੰ ਸੰਸਾਰ ਛੱਡ ਕੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਭਟਕਣ ਦੀ ਲੋੜ ਨਹੀਂ, ਗੁਫਾਵਾਂ ਵਿੱਚ ਵੜਨ ਦੀ ਲੋੜ ਨਹੀਂ, ਕੰਨ ਪੜਵਾਉਣ ਦੀ ਲੋੜ ਨਹੀਂ, ਜਟਾਵਾਂ ਵਧਾਉਣ ਦੀ ਜ਼ਰੂਰਤ ਨਹੀਂ, ਵੱਖਰਾ ਕੋਈ ਪਹਿਨਾਵਾ ਪਾਉਣ ਦੀ ਲੋੜ ਨਹੀਂ। ਡਾਇਰੈਕਟ ਪ੍ਰਭੂ ਦੇ ਗੁਣਾਂ ਦੇ ਨਾਲ ਜੁੜਦੇ ਹਾਂ। ਸਤ, ਸੰਤੋਖ, ਦਇਆ, ਧਰਮ, ਧੀਰਜ, ਨਿਰਭੈਤਾ, ਨਿਰਵੈਰਤਾ, ਡਾਇਰੈਕਟ ਇਹਨਾਂ ਗੁਣਾਂ ਦੇ ਨਾਲ ਜੁੜਦੇ ਹਾਂ, ਔਰ ਰੱਬੀ ਰਜ਼ਾ ਦੇ ਅੰਦਰ ਤੁਰਦੇ ਹਾਂ। ਐਸੀ ਗੁਰਮਤ ਪਾਏ, ਗੁਰਮਤ ਦਾ ਮਤਲਬ ਗੁਰੂ ਦੀ ਮੱਤ। ਅਸੀਂ ਇਹੋ ਜਿਹੀ ਗੁਰੂ ਦੀ ਸਿੱਖਿਆ ਲਈ ਹੈ, ਇਹ ਗੁਰੂ ਦਾ ਗਿਆਨ ਅਸਾਂ ਹਾਸਲ ਕੀਤਾ ਹੈ, ਔਰ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਂਦੇ ਹਾਂ। ਤਾਂ ਸਾਰੀ ਪੰਕਤੀ ਦਾ ਭਾਵ ਇਹ ਹੋਏਗਾ ਕਿ ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਜੀਣੀ ਹੈ, ਰੱਬੀ ਗੁਣਾਂ ਦੇ ਅੰਦਰ ਆਪਣੀ ਸੁਰਤ ਨੂੰ ਜੋੜਨਾ ਹੈ, ਔਰ ਇਹ ਸਾਰਾ ਕੁਝ ਮਿਲੇਗਾ ਸਾਨੂੰ ਗੁਰਮਤ ਰਾਹੀਂ। ਗੁਰੂ ਦੀ ਮੱਤ ਦੇ ਧਾਰ ਨਹੀਂ ਹੋਇਆ, ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਨੂੰ ਅਪਣਾਉਣ ਦੇ ਨਾਲ, ਗੁਰੂ ਤੋਂ ਗਿਆਨ ਹਾਸਲ ਕਰਨ ਦੇ ਨਾਲ, ਯਾਨੀ ਗੁਰੂ ਤੋਂ ਗਿਆਨ ਦੀ ਦਾਤ ਲਿਆ ਸਾਨੂੰ ਰੱਬੀ ਹੁਕਮ
ਸਮਝ ਆਏਗੀ, ਫਿਰ ਅਸੀਂ ਰੱਬੀ ਗੁਣਾਂ ਨੂੰ ਅਪਣਾਵਾਂਗੇ ਔਰ ਅਸੀਂ ਆਪਣੇ ਜੀਵਨ ਨੂੰ ਸਫਲ ਕਰ ਸਕਾਂਗੇ। ਗੁਰਮੁਖ ਬੁਝੈ ਆਪ ਪਛਾਣੈ, ਸੱਚੇ ਸੱਚ ਸਮਾਏ। ਹੁਣ ਇਹਦਾ ਰਿਜ਼ਲਟ ਕੀ ਨਿਕਲੇਗਾ? ਜੇ ਅਸੀਂ ਰੱਬੀ ਰਜ਼ਾ ਵਿੱਚ ਤੁਰਦੇ ਹਾਂ, ਰੱਬੀ ਗੁਣਾਂ ਦੇ ਨਾਲ ਆਪਣੀ ਸੁਰਤ ਨੂੰ ਜੋੜਦੇ ਹਾਂ, ਤਾਂ ਇਹਦਾ ਰਿਜ਼ਲਟ ਕੀ ਨਿਕਲੇਗਾ? ਤਾਂ ਗੁਰੂ ਜੀ ਕਹਿੰਦੇ ਨੇ ਗੁਰਮੁਖ ਬੁਝੈ ਆਪ ਪਛਾਣੈ। ਸਭ ਤੋਂ ਪਹਿਲੀ ਗੱਲ ਹੈ, ਗੁਰਮੁਖ ਦਾ ਮਤਲਬ ਗੁਰੂ ਦੇ ਚਰਨਾਂ ਦੀ ਸ਼ਰਨ ਲੈਣਾ, ਗੁਰੂ ਤੋਂ ਗਿਆਨ ਦੀ ਦਾਤ ਹਾਸਲ ਕਰਨਾ। ਜਦੋਂ ਸਾਨੂੰ ਵਿਵੇਕ ਬੁੱਧ ਮਿਲਦੀ ਹੈ ਨਾ ਗੁਰੂ ਤੋਂ, ਤਾਂ ਉਸ ਗੁਰੂ ਦੇ ਗਿਆਨ ਨਾਲ ਬੰਦਾ ਕੀ ਕਰਦਾ ਹੈ? ਆਪ ਪਛਾਣੈ। ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਗਿਆਨਵਾਨ ਹੋ ਜਾਂਦਾ ਹੈ ਔਰ ਉਹ ਆਪਣੇ ਆਪੇ ਦੀ ਪਛਾਣ ਕਰਦਾ ਹੈ। ਆਪ ਪਛਾਣੇ ਦਾ ਮਤਲਬ ਆਪਣੇ ਆਪੇ ਦੀ ਪਛਾਣ ਕਰਨੀ ਹੈ। ਹੁਣ ਆਮ ਕਰਕੇ ਜਦੋਂ ਅਸੀਂ ਦੇਖਦੇ ਹਾਂ ਨਾ, ਤਾਂ ਮਨੁੱਖ ਨੂੰ ਆਪਣੇ ਆਪੇ ਦੀ ਪਛਾਣ ਨਹੀਂ ਹੈ ਕਿ ਮੈਂ ਕੀ ਹਾਂ। ਇਹ ਚੀਜ਼ ਨੂੰ ਆਪਾਂ ਥੋੜਾ ਸਮਝਣਾ ਹੈ। ਵੈਸੇ ਪਹਿਲਾਂ ਵੀ ਕਈ ਵਾਰ ਇਸ ਚੀਜ਼ ਦੀ ਵਿਚਾਰ ਕੀਤੀ ਹੈ ਕਿ ਅਸੀਂ ਆਪਣੇ ਆਪ ਨੂੰ ਪਛਾਣਨਾ ਹੈ। ਔਰ ਉਹ ਪਛਾਣਨਾ ਕੀ ਹੈ ਕਿ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਮੈਂ ਕਿੱਥੇ ਖੜਾ ਹਾਂ। ਇਹ ਚੀਜ਼ ਦੀ ਪਹਿਚਾਣ ਕਿ ਮੇਰੀ ਜ਼ਿੰਦਗੀ ਕੈਸੀ ਹੈ, ਮੇਰੀ ਸ਼ਬਦਾਵਲੀ कैसी है, मेरी मेंटेलिटी कैसी है, मेरी बौद्धिकता कैसी है, मेरा विहार कैसा है। सब तो पहला इस चीज ਨੂੰ ਪਛਾਣਨਾ ਹੈ। ਦੂਜੀ ਗੱਲ ਇਹ ਪਛਾਣਨੀ ਹੈ ਕਿ ਮੇਰੇ ਅੰਦਰ ਕੀ ਐਬਿਲਿਟੀਜ਼ ਨੇ, ਪੋਸਿਬਿਲਿਟੀਜ਼ ਨੇ, ਕਿਹੜੀਆਂ ਪੋਸਿਬਿਲਿਟੀਜ਼ ਨੇ ਮੇਰੇ ਅੰਦਰ, ਸੰਭਾਵਨਾ ਕੀ ਨੇ, ਮੈਂ ਕੀ ਹੋ ਸਕਦਾ ਹਾਂ। ਜਿਵੇਂ ਕਿ ਅਸੀਂ ਵਿਕਾਰਾਂ ਵਿੱਚ ਖਚਤ ਹਾਂ, ਤਾਂ ਅਸੀਂ ਸ਼ੁਭ ਗੁਣਾਂ ਦੇ ਧਾਰਨੀ ਹੋ ਸਕਦੇ ਹਾਂ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਇਹਨਾਂ ਗੁਣਾਂ ਦੇ ਧਾਰਨੀ ਅਸੀਂ ਹੋ ਸਕਦੇ ਹਾਂ। ਪੋਸਿਬਿਲਿਟੀ ਸਾਡੇ ਸਾਰਿਆਂ ਦੇ ਵਿੱਚ ਹੈ। ਤੇ ਤੀਜੀ ਗੱਲ ਇਹ ਵਿਚਾਰਨੀ ਹੈ ਕਿ ਮੈਂ ਬਣਨਾ ਕੀ ਚਾਹੁੰਦਾ, ਹੋਣਾ ਕੀ ਚਾਹੁੰਦਾ, ਮੈਂ ਖੜਾ ਕਿੱਥੇ ਹਾਂ ਔਰ ਮੈਂ ਕਿੱਥੇ ਪਹੁੰਚਣਾ ਚਾਹੁੰਦਾ ਹਾਂ। ਜੇ ਮੇਰੀ ਵਰਡਿੰਗ ਠੀਕ ਨਹੀਂ ਤਾਂ ਇਸ ਵਰਡਿੰਗ ਨੂੰ ਕੈਸੀ ਬਣਾਉਣੀ ਚਾਹੁੰਦਾ, अपनी मेंटेलिटी में कैसी बनानी चाहना, बौद्धिक विकास कैसा करना चाहना, मैं अपने इस समाज ਨੂੰ ਕਿਹੋ ਜਿਹਾ ਵੇਖਣਾ ਚਾਹੁੰਦਾ, ਆਪਣੇ ਪਰਿਵਾਰ ਨੂੰ कैसा ਵੇਖਣਾ ਚਾਹੁੰਦਾ। ਤਾਂ ਇਹ ਗੋਲ ਹੋਣਾ ਚਾਹੀਦਾ ਹੈ। ਜਦੋਂ ਬੰਦਾ ਗੁਰੂ ਦੇ ਗਿਆਨ ਦੀ ਦਾਤ ਲੈਂਦਾ, ਫਿਰ ਆਪਣੇ ਆਪੇ ਨੂੰ ਪਛਾਣਦਾ ਕਿ ਮੈਂ ਖੜਾ ਕਿੱਥੇ ਹਾਂ, ਮੈਂ ਪਹੁੰਚਣਾ ਕਿੱਥੇ ਹੈ, ਮੇਰੇ ਅੰਦਰ ਕੀ ਸੰਭਾਵਨਾਵਾਂ ਨੇ, ਆਪਣੇ ਆਪੇ ਦੀ ਪਛਾਣ ਕਰਦਾ ਹੈ, ਸੈਲਫ ਐਨਾਲਿਸਿਸ ਕਰਦਾ ਹੈ। ਮੇਰੇ ਵਿੱਚ ਕੀ ਦੋਸ਼ ਨੇ, ਉਹਨਾਂ ਦੋਸ਼ਾਂ ਨੂੰ ਮੈਂ ਕਿਵੇਂ ਦੂਰ ਕਰ ਸਕਦਾ, ਮੇਰੇ ਅੰਦਰ ਕਿਹੜੀ ਕੁਆਲਿਟੀਜ਼ ਨੇ, ਉਸ ਕੁਆਲਿਟੀਜ਼ ਨੂੰ ਮੈਂ ਕਿਵੇਂ ਵਧਾ ਸਕਦਾ, ਮੇਰੇ ਅੰਦਰ ਕਿਹੜੀ ਪੋਸਿਬਿਲਿਟੀਜ਼ ਨੇ, ਉਹਨਾਂ ਨੂੰ ਮੈਂ ਕਿਵੇਂ ਪਾ ਸਕਦਾ ਹਾਂ। ਬੰਦਾ ਇਹਨਾਂ ਚੀਜ਼ਾਂ ਦੀ ਪਛਾਣ ਕਰਦਾ ਹੈ। ਗੁਰਮੁਖ ਬੁਝੈ ਆਪ ਪਛਾਣੈ। ਜੋ ਗੁਰੂ ਦੇ ਗਿਆਨ ਰਾਹੀਂ ਆਪਣੇ ਆਪ ਨੂੰ ਬੁੱਝਦਾ ਹੈ, ਆਪਣੇ ਆਪ ਨੂੰ ਪਛਾਣਦਾ ਹੈ, ਤਾਂ ਗੁਰੂ ਜੀ ਕਹਿੰਦੇ ਨੇ ਸੱਚੇ ਸੱਚ ਸਮਾਏ। ਸੱਚੇ ਸੱਚ ਦਾ ਮਤਲਬ ਸੱਚ ਦੇ ਵਿੱਚ, ਸਮਾਏ ਦਾ ਮਤਲਬ ਸਮਾ ਜਾਂਦਾ ਹੈ। ਫਿਰ ਉਹ ਬੰਦਾ ਸੱਚ ਦੇ ਅੰਦਰ ਸਮਾ ਜਾਂਦਾ ਹੈ, ਰੱਬ ਦੇ ਅੰਦਰ ਸਮਾ ਜਾਂਦਾ ਹੈ। ਫਿਰ ਉਹ ਰੱਬ ਦਾ ਹੀ ਰੂਪ ਹੋ ਜਾਂਦਾ ਹੈ, ਜਿਹਦੇ ਪਰਥਾਏ ਗੁਰਦੇਵ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਤ ਕੁਰਬਾਨ। ਉਹ ਸੱਚ ਦੇ ਅੰਦਰ ਹੀ ਸਮਾ ਜਾਂਦਾ ਹੈ, ਤੇ ਜਿਹੜਾ ਸੱਚ ਦੇ ਅੰਦਰ ਸਮਾ ਜਾਏ ਉਹ ਸਚਿਆਰ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਰਾਹੀਂ ਸਾਨੂੰ ਗੋਲ ਦਿੱਤਾ ਹੈ ਪੂਰੀ ਮਨੁੱਖਤਾ ਨੂੰ ਕਿ ਅਸੀਂ ਸਚਿਆਰ ਕਿਵੇਂ ਬਣਨਾ ਹੈ, ਮਨ ਬਚਨ ਕਰਮ ਕਰਕੇ ਸੱਚੀ ਕਿਵੇਂ ਹੋਣਾ ਹੈ। ਤੇ ਜਿਹੜਾ ਸਚਿਆਰ ਹੋ ਗਿਆ ਉਹ ਰੱਬ ਦੇ ਵਿੱਚ ਸਮਾ ਗਿਆ, ਯਾਨੀ ਰੱਬ ਦਾ ਰੂਪ ਹੋ ਗਿਆ, ਕਿਉਂਕਿ ਰੱਬ ਨੂੰ ਵੀ ਬਾਣੀ ਵਿੱਚ ਸਚਿਆਰ ਹੀ ਆਖਿਆ ਹੈ, ਤੂੰ ਕਰਤਾ ਸਚਿਆਰ ਮੈਂਡਾ ਸਾਈਂ। ਤਾਂ ਉਹ ਬੰਦਾ ਸੱਚ ਦੇ ਅੰਦਰ ਸਮਾ ਕੇ ਸੱਚ ਦਾ ਰੂਪ ਹੋ ਜਾਂਦਾ ਹੈ। ਦੇਖੋ ਕਿੰਨਾ ਸੌਖਾ ਰਸਤਾ ਦੱਸ ਰਹੇ ਨੇ ਨਾ, ਕਿਉਂਕਿ ਜਿਹੜੇ ਸਿੱਧ ਨੇ, ਯੋਗੀ ਨੇ, ਉਹ ਦੁਨੀਆ ਨੂੰ ਛੱਡ ਗਏ ਨੇ, ਸਮਾਜ ਦੀਆਂ ਜ਼ਿੰਮੇਵਾਰੀਆਂ ਛੱਡ ਗਏ ਨੇ, ਜੰਗਲਾਂ ਵਿੱਚ ਭਟਕ ਰਹੇ ਨੇ, ਮੰਗ ਕੇ ਖਾਣਾ ਪੈ ਰਿਹਾ ਹੈ ਔਰ ਕਿੰਨੇ ਸਾਰੇ ਦੁੱਖ ਸਹਾਰ ਰਹੇ ਨੇ, ਤੇ ਜਿਹੜੀ ਪ੍ਰਾਪਤੀ ਹੋਣੀ ਸੀ ਉਹ ਫਿਰ ਨਹੀਂ ਹੋਣੀ। ਦੂਜੇ ਪਾਸੇ ਗੁਰੂ ਜੀ ਸਾਨੂੰ ਇੱਕ ਐਸਾ ਰਾਹ ਦੱਸ ਰਹੇ ਨੇ, ਗ੍ਰਸਤ ਦੇ ਅੰਦਰ ਰਹਿੰਦੇ ਆ
ਆਪਣੇ ਫਰਜ਼ਾਂ ਨੂੰ ਪੂਰਿਆਂ ਕਰਦਿਆਂ, ਦੁਕਾਨ ਕਰਦਿਆਂ, ਵਪਾਰ ਕਰਦਿਆਂ, ਖੇਤੀ ਕਰਦਿਆਂ, ਜੌਬ ਕਰਦਿਆਂ ਆਪਣੇ ਆਪੇ ਦੀ ਪਹਿਚਾਨ ਕਰਨੀ, ਗੁਰੂ ਦੀ ਮੱਤ ਦੇ ਧਾਰਨੀ ਹੋਣਾ ਔਰ ਸੱਚ ਦੇ ਅੰਦਰ ਸਮਾ ਕੇ ਸੱਚ ਦਾ ਰੂਪ ਹੋ ਜਾਣਾ, ਕਿੰਨਾ ਸੌਖਾ ਰਸਤਾ ਗੁਰੂ ਜੀ ਸਾਨੂੰ ਦਰਸਾ ਰਹੇ ਨੇ। ਅਗਲਾ ਸਵਾਲ ਕੀਤਾ ਹੈ ਸਿੱਧਾ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ, ਦੁਨੀਆ ਸਾਗਰ, ਇੱਥੇ ਥੋੜਾ ਜਿਹਾ ਵਿਸ਼ਰਾਮ ਲਗਾਵਾਂਗੇ, ਦੁਤਰ ਕਹੀਏ, ਇਹਨੂੰ ਦੁੱਤਰ ਨਹੀਂ ਪੜਨਾ, ਅੱਧਕ ਲਗਾ ਕੇ ਦੁਤਰ, ਜਿਵੇਂ ਤਰ ਔਰ ਇਹਦੇ ਨਾਲ ਦੋ ਜੋੜਨਾ, ਦੁਤਰ। ਦੁਤਰ ਦਾ ਮਤਲਬ ਔਖਾ ਤਰਿਆ ਜਾਣ ਵਾਲਾ। ਦੁਨੀਆ ਸਾਗਰ ਦੁਤਰ ਕਹੀਏ, ਕਿਉਂ ਕਰ ਪਾਈਏ ਪਾਰੋ, ਕਿ ਇਹਦੇ ਤੋਂ ਪਾਰ ਕਿਵੇਂ ਪਾਇਆ ਜਾਏ। ਦੁਨੀਆ ਸਾਗਰ ਦੁਤਰ ਕਹੀਏ, ਇਹਦੇ ਤੋਂ ਪਾਰ ਕਿਵੇਂ ਲੰਘਿਆ ਜਾਏ। ਸਵਾਲ ਹੈ, ਚਰਪਟ ਦਾ ਸਵਾਲ ਹੈ ਕਿ ਜਗਤ ਇੱਕ ਐਸਾ ਸਮੁੰਦਰ ਕਿਹਾ ਜਾਂਦਾ ਹੈ ਜਿਸ ਨੂੰ ਤਰਨਾ ਔਖਾ ਹੈ। ਇਹ ਸਮੁੰਦਰ ਦਾ ਪਾਰਲਾ ਕੰਢਾ ਕਿਵੇਂ ਲੱਭੇ। ਦੁਨੀਆ ਇੱਕ ਔਖਾ ਤਰਿਆ ਜਾਣ ਵਾਲਾ ਸਮੁੰਦਰ ਹੈ, ਇਹਦਾ ਪਾਰਲਾ ਕੰਢਾ ਕਿਵੇਂ ਲੱਭੇ। ਦੇਖੋ, ਅਖਰੀ ਅਰਥ ਤਾਂ ਇਹੀ ਨੇ। ਹੁਣ ਇਹ ਚੀਜ਼ ਨੂੰ ਸਮਝਣਾ ਹੈ, ਤਰਨਾ ਕੀ ਹੈ, ਡੁੱਬਣਾ ਕੀ ਹੈ, ਔਰ ਸੰਸਾਰ ਸਾਗਰ ਜਾਂ ਦੁਨੀਆ ਸਾਗਰ ਗੁਰੂ ਜੀ ਇੱਥੇ ਜਿਹੜੇ ਸਿੱਧ ਨੇ ਉਹ ਕਿਹਨੂੰ ਕਹਿ ਰਹੇ ਨੇ। ਦੇਖੋ, ਸਾਗਰ ਹੈ ਵਿਕਾਰਾਂ ਦਾ, ਔਰ ਉਹ ਸਾਗਰ ਮੇਰੇ ਆਪਣੇ ਅੰਦਰ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ ਤੇਰ, ਭਰੂਣ ਹੱਤਿਆ, ਜਾਤੀਵਾਦ, ਲੜਾਈ, ਦੰਗੇ, ਫਸਾਦ ਆਦਿਕ, ਇਹ ਸਾਰੇ ਵਿਕਾਰ ਨੇ। ਸਮੁੰਦਰ ਹੈ ਵਿਕਾਰਾਂ ਦਾ। ਇਹਨਾਂ ਦੇ ਅੰਦਰ ਬੰਦੇ ਦੀ ਸੁਰਤ ਡੁੱਬੀ ਹੋਈ ਹੈ, ਮਾਨਸਿਕਤਾ, ਸੋਚ ਇਹਨਾਂ ਵਿਕਾਰਾਂ ਦੇ ਅੰਦਰ ਡੁੱਬੀ ਹੋਈ ਹੈ। ਔਰ ਇਹਨਾਂ ਵਿਕਾਰਾਂ ਚੋਂ ਪਾਰ ਹੋਣਾ ਕਿੰਨਾ ਔਖਾ ਹੈ। ਆਮ ਬੰਦਾ ਨਹੀਂ ਨਾ ਹੋ ਸਕਦਾ, ਇੰਪੋਸੀਬਲ ਨਹੀਂ ਹੈ, ਪਰ ਬੰਦੇ ਵਾਸਤੇ ਔਖਾ ਹੈ। ਇਹਨਾਂ ਵਿਕਾਰਾਂ ਤੋਂ ਬਚਣਾ, ਈਰਖਾ ਦਵੇਸ਼ ਤੋਂ ਬਚਣਾ ਕਿੰਨਾ ਔਖਾ ਹੈ। ਔਰ ਹਕੀਕਤ ਹੈ, ਕਈ ਵਾਰ ਮੈਂ ਸੋਚਦਾ ਤੇ ਵਾਸਤਵ ਦੇ ਵਿੱਚ ਨਾ ਹਕੀਕਤ ਹੈ ਕਿ ਮੈਂ ਪਰੇਸ਼ਾਨ ਹੋ ਜਾਂਦਾ। ਰੀਜ਼ਨ, ਜਦੋਂ ਸਾਰੀ ਦੁਨੀਆ ਨੂੰ ਜੇ ਹਾਲੇ ਫਿਲਹਾਲ ਇੱਕ ਪਾਸੇ ਛੱਡੀਏ ਤਾਂ ਸਾਡੇ ਨਿੱਕੇ ਨਿੱਕੇ ਪਰਿਵਾਰ, ਜਿਹਦੇ ਵਿੱਚ ਮੈਂ ਖੁਦ ਵੀ ਸ਼ਾਮਲ ਹਾਂ, ਮੇਰਾ ਪਰਿਵਾਰ ਵੀ ਸ਼ਾਮਲ ਹੈ, ਨਿੱਕੇ ਨਿੱਕੇ ਪਰਿਵਾਰਾਂ ਦੇ ਵਿੱਚ ਅਸੀਂ 4-5 ਜੀ ਪਿਆਰ ਦੇ ਨਾਲ ਨਹੀਂ ਰਹਿ ਪਾਉਂਦੇ। ਇੱਕ ਦੂਜੇ ਨਾਲ ਲੜਾਈ, ਇੱਕ ਦੂਜੇ ਨਾਲ ਕ੍ਰੋਧ, ਇੱਕ ਦੂਜੇ ਨਾਲ ਈਰਖਾ, ਇੱਕ ਦੂਜੇ ਦੇ ਨਾਲ ਬੇਵਿਸ਼ਵਾਸੀ, ਕਿੰਨਾ ਔਖਾ ਹੈ ਨਾ। ਔਰ ਇਹ ਔਖਿਆਈ ਜ਼ਿੰਦਗੀ ਵਿੱਚ ਅਸੀਂ ਆਪ ਪੈਦਾ ਕਰ ਲਈ। ਆਪਣੇ ਪਰਿਵਾਰ ਵਿੱਚ ਮੈਂ ਪੈਦਾ ਕੀਤੀ ਹੋਈ ਹੈ, ਤੁਸੀਂ ਆਪਣੇ ਕਿਸੇ ਜਿਹਦੇ ਵਿੱਚ ਵੀ ਹੈ, ਹਰ ਪਰਿਵਾਰ ਨੇ ਆਪਣੇ ਘਰਾਂ ਦੇ ਅੰਦਰ ਜਾਂ ਆਪਣੀ ਜ਼ਿੰਦਗੀ ਨੂੰ ਔਖਿਆਂ ਕੀਤਾ ਹੋਇਆ ਨਾ। ਤਾਂ ਸਵਾਲ ਪੈਦਾ ਇਹ ਹੋ ਰਿਹਾ ਹੈ ਕਿ ਕਿਉਂ ਕਰ ਪਾਈਏ ਪਾਰੋ, ਇਹਦੇ ਤੋਂ ਪਾਰ ਕਿਵੇਂ ਲੰਘਿਆ ਜਾਏ, ਇਹਨਾਂ ਵਿਕਾਰਾਂ ਤੋਂ ਬਚਿਆ ਕਿਵੇਂ ਜਾਏ। ਇਸੇ ਨੂੰ ਕਹਿੰਦੇ ਨੇ ਪਾਰ ਲੰਘਣਾ। ਹੋਰ ਇਹ ਨਹੀਂ ਕਿ ਮਰਨ ਤੋਂ ਬਾਅਦ ਪਾਰ ਲੰਘਣਾ ਹੈ। ਆਮ ਕਰਕੇ ਐਕਸਪਲੇਨ ਕੀਤਾ ਜਾਂਦਾ ਹੈ ਕਿ ਜਦੋਂ ਬੰਦਾ ਮਰਦਾ ਹੈ ਤੇ ਮਰਨ ਤੋਂ ਬਾਅਦ ਉਹਨੂੰ ਜੰਮ ਫੜ ਕੇ ਲਿਜਾਂਦੇ ਨੇ, ਰਾਸਤੇ ਦੇ ਇੱਕ ਲਹੂ ਪਾਕ ਦੀ ਨਦੀ ਹੈ, ਵੈਤਰਨੀ ਨਦੀ, ਉਹਨੂੰ ਗਾਂ ਦੀ ਪੂਛ ਫੜ ਕੇ ਪਾਰ ਕਰਨਾ ਪੈਂਦਾ ਹੈ। ਇਸ ਕਰਕੇ ਪਿੱਛੇ ਗਊ ਦਾਨ ਕੀਤੀ ਜਾਂਦੀ ਹੈ, ਜਾਂ ਅੱਗੇ ਨਰਕਾਂ ਦੇ ਵਿੱਚ ਜਲਾਇਆ ਜਾਂਦਾ ਹੈ। ਉਸ ਤੋਂ ਬਾਅਦ ਨਰਕ ਸਵਰਗ ਕਈ ਕੁਛ, ਉਹਦੇ ਵਿੱਚੋਂ ਪਾਰ, ਉਹਦੀ ਗੱਲ ਨਹੀਂ ਹੈ ਇੱਥੇ, ਇਸ ਜ਼ਿੰਦਗੀ ਦੀ ਗੱਲ ਹੈ। ਇਸ ਜੀਵਨ ਦੇ ਵਿੱਚ ਜੋ ਵਿਕਾਰ ਨੇ, ਉਹਨਾਂ ਦੇ ਵਿੱਚੋਂ ਪਾਰ ਕਿਵੇਂ ਲੰਘਿਆ ਜਾਏ। ਦੁਨੀਆ ਸਾਗਰ ਦੁਤਰ ਕਹੀਏ, ਕਿਉਂ ਕਰ ਪਾਈਏ ਪਾਰੋ। ਚਰਪਟ ਬੋਲੇ, ਇੱਥੇ ਚਰਪਟ ਜਿਹੜਾ ਹੈ ਇੱਕ ਯੋਗੀ ਦਾ ਨਾਮ ਹੈ। ਚਰਪਟ ਬੋਲੇ, ਔਧੂ ਨਾਨਕ ਦੇਹ ਸੱਚਾ ਵਿਚਾਰੋ। ਵਿਸ਼ਰਾਮ ਆਏਗਾ, ਚਰਪਟ ਬੋਲੇ, ਔਧੂ ਨਾਨਕ ਦੇਹ ਸੱਚਾ ਵਿਚਾਰੋ। ਔਧੂ ਦਾ ਮੀਨਿੰਗ ਹੈ ਵਿਰਕਤ, ਨਿਰਲੇਪ, ਜਿਹੜਾ ਦੁਨੀਆ ਦੇ ਵਿਕਾਰਾਂ ਤੋਂ ਨਿਰਲੇਪ ਹੈ। ਚਰਪਟ ਬੋਲੇ ਦਾ ਚਰਪਟ ਇੱਥੇ ਇੱਕ ਸਿੱਧ ਦਾ ਨਾਮ ਹੈ ਤੇ ਉਹ ਸਵਾਲ ਕਰ ਰਿਹਾ ਹੈ ਤੇ ਕਹਿੰਦਾ ਹੈ, ਹੇ ਵਿਰਕਤ ਨਾਨਕ, ਦੇਹ ਸੱਚਾ ਵਿਚਾਰੋ, ਕਿ ਸੱਚਾ ਵਿਚਾਰ ਦੱਸ ਕਿ ਇਹ ਦੁਨੀਆ ਸਾਗਰ ਜੋ ਦੁਤਾਰ ਹੈ, ਇਹਦੇ ਤੋਂ ਪਾਰ ਕਿਵੇਂ ਲੰਘਿਆ ਜਾਂਦਾ ਹੈ। ਹੇ ਨਾਨਕ, ਵਿਰਕਤ ਨਾਨਕ, ਵਿਰਕਤ ਦਾ ਮਤਲਬ ਦੁਨੀਆ ਤੋਂ ਨਿਰਲੇਪ,
ਤੂੰ ਇਹ ਸੱਚਾ ਵਿਚਾਰ ਦੇ, ਤੇਰੀ ਵਿਚਾਰ ਕੀ ਹੈ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਸਵਾਲ ਹੈ। ਤਾਂ ਗੁਰੂ ਜੀ ਅੱਗੇ ਹੁਣ ਕਹਿ ਰਹੇ ਨੇ, ਆਪੇ ਆਖੈ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ। ਆਪੇ ਆਖੈ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ। ਹੁਣ ਗੁਰੂ ਜੀ ਕਹਿੰਦੇ ਨੇ ਕਿ ਹੇ ਜੋਗੀ, ਤੂੰ ਆਪ ਹੀ ਜਗਤ ਨੂੰ ਦੁੱਤਰ ਕਹਿ ਦਿੱਤਾ ਹੈ, ਨਾ ਤਰਿਆ ਜਾਣ ਵਾਲਾ, ਤਾਂ ਉੱਤਰ ਤਾਂ ਤੂੰ ਆਪ ਹੀ ਦੇ ਦਿੱਤਾ ਹੈ, ਕਿਉਂਕਿ ਜੋ ਦੁੱਤਰ ਹੈ ਉਹ ਤਰਿਆ ਕਿਵੇਂ ਜਾ ਸਕਦਾ ਹੈ, ਸੱਚ ਦੱਸ। ਤਾਂ ਹੁਣ ਗੁਰੂ ਜੀ ਕਹਿੰਦੇ ਨੇ, ਆਪੇ ਆਖੈ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ। ਜੋ ਮਨੁੱਖ ਆਪ ਆਖਦਾ ਹੈ ਤੇ ਆਪ ਉਹਨੂੰ ਸਮਝਦਾ ਵੀ ਹੈ, ਉਹਨੂੰ ਉਹਦੇ ਸਵਾਲ ਦਾ ਉੱਤਰ ਦੇਣ ਦੀ ਕੀ ਲੋੜ ਹੈ, ਉਹਨੂੰ ਕੀ ਉੱਤਰ ਦਈਏ? ਕਿ ਤੂੰ ਖੁਦ ਹੀ ਕਹਿ ਤੇ ਰਿਹਾ ਹੈ ਕਿ ਦੁਨੀਆ ਦੁਤਾਰ ਹੈ, ਇਹ ਮੁਸ਼ਕਲ ਤਰਨ ਵਾਲੀ ਹੈ, ਇਹਨੂੰ ਤਰਿਆ ਨਹੀਂ ਜਾ ਸਕਦਾ, ਤਾਂ ਤੂੰ ਸਵਾਲ ਵੀ ਕੀਤਾ ਤੇ ਸਵਾਲ ਦਾ ਉੱਤਰ ਵੀ ਆਪ ਹੀ ਦੇ ਰਿਹਾ। ਇਹ ਜਿਹੜੀ ਹੈ ਨਾ ਵਿਚਾਰਧਾਰਾ ਦੇ ਵਿੱਚ, ਜਦੋਂ ਅਸੀਂ ਆਪਸ ਵਿੱਚ ਵਿਚਾਰ ਕਰਦੇ ਹਾਂ, ਉਦੋਂ ਵੀ ਇਹ ਪ੍ਰੋਬਲਮ ਆਉਂਦੀ ਹੈ। ਸਵਾਲ ਕਰਨ ਵਾਲੇ ਦਾ ਮਤਲਬ ਕੇਵਲ ਹੁੰਦਾ ਹੈ ਕਿ ਉਹ ਸਵਾਲ ਹੀ ਕਰੇ, ਪਰ ਜਦੋਂ ਅਸੀਂ ਵੀ ਵਿਚਾਰ ਕਰਦੇ ਹਾਂ ਤੇ ਅਸੀਂ ਆਪਣੇ ਸਵਾਲ ਵੀ ਸਾਡੇ ਉੱਤਰ ਹੀ ਹੁੰਦੇ ਨੇ। ਅਸੀਂ ਕਰਨ ਲੱਗਦੇ ਹਾਂ ਸਵਾਲ, ਤੇ ਸਵਾਲ ਕਰਦੇ ਕਰਦੇ ਕਿੰਨਾ ਸਮਾਂ ਅਸੀਂ ਲੈ ਜਾਂਦੇ ਹਾਂ ਤੇ ਪਤਾ ਹੀ ਨਹੀਂ ਲੱਗਦਾ ਵੀ ਹੁਣ ਅਸੀਂ ਕਿਹਾ ਕੀ ਹੈ। ਤਾਂ ਜਦੋਂ ਅਸੀਂ ਟੇਬਲ ਟਾਕ ਕਰੀਏ ਜਾਂ ਵਿਚਾਰ ਵਟਾਂਦਰੇ ਦੇ ਵਿੱਚ ਬੈਠੀਏ, ਤਾਂ ਉੱਥੇ ਬਹੁਤ ਇਹ ਚੀਜ਼ਾਂ ਧਿਆਨ ਰੱਖਣ ਦੀ ਜ਼ਰੂਰਤ ਹੈ। ਤਾਂ ਗੁਰੂ ਜੀ ਸਾਨੂੰ ਹੁਣ ਸਮਝਾ ਰਹੇ ਨੇ, ਸਿੱਧਾਂ ਦੇ ਨਾਲ ਵਿਚਾਰ ਕਰਦੇ ਹਾਂ। ਸਾਚ ਕਹੋ ਤੁਮ ਪਾਰਗ੍ਰਾਮੀ, ਦਿਸ ਦਾ ਮੀਨਿੰਗ ਭਾਈ ਸਾਹਿਬ ਸਿੰਘ ਜੀ ਜੋ ਕਰ ਰਹੇ ਨੇ, ਮੈਂ ਉਹੀ ਅਰਥ ਆਪ ਨਾਲ ਸਾਂਝੇ ਕਰ ਰਿਹਾ। ਸਾਚ ਕਹੋ, ਇੱਥੇ ਵਿਸਰਾਮ ਲਾਵਾਂਗੇ। ਤੁਮ ਪਾਰਗ੍ਰਾਮੀ ਤੁਝ ਕਿਆ ਬੈਸਣ ਦੀਜੈ। ਇਸ ਵਾਸਤੇ ਇਹ ਚਰਪਟ ਤੇਰੇ ਪ੍ਰਸ਼ਨ ਵਿੱਚ ਕੋਈ ਉਕਾਈ ਲੱਭਣ ਦੀ ਲੋੜ ਨਹੀਂ ਹੈ। ਉਹਦੇ ਦਾ ਉੱਤਰ ਇਹ ਹੈ ਕਿ ਸਦਾ ਜਿਹੜਾ ਕਾਇਮ ਰਹਿਣ ਵਾਲਾ ਪ੍ਰਭੂ ਹੈ, ਉਹਦੇ ਗੁਣਾਂ ਨੂੰ ਜੇ ਅਸੀਂ ਗਾਵੀਏ ਤਾਂ ਪਾਰ ਲੰਘਿਆ ਜਾ ਸਕਦਾ ਹੈ। ਇੱਥੇ ਬੈਸਣ ਦੀਜੇ ਨੂੰ ਥੋੜਾ ਜਿਹਾ ਸਮਝਣਾ ਹੈ। ਬੈਸਣ ਦਾ ਅਰਥ ਕਰ ਰਹੇ ਨੇ ਕਿ ਉਕਾਈ ਲੱਭਣ ਦਾ ਜਿਹੜਾ ਕੋਈ ਯਤਨ ਹੈ ਨਾ, ਬੈਸਣ ਦਾ ਮਤਲਬ ਵਿਅਸਨ, ਉਕਾਈ, ਨੁਕਸ। ਤੁਝ ਕਿਆ ਬੈਸਣ ਦੀਜੇ, ਤੇਰੇ ਸਵਾਲ ਦੇ ਵਿੱਚ ਅਸੀਂ ਕੀ ਨੁਕਸ ਕੱਢੀਏ। ਲੇਕਿਨ ਫਿਰ ਵੀ ਸਾਚ ਕਹੋ, ਸਾਚ ਦਾ ਮਤਲਬ ਸੱਚ ਆਖੋ, ਤਾਂ ਤੁਸੀਂ ਪਾਰ ਲੰਘ ਸਕਦੇ ਹੋ। ਯਾਨੀ ਸੱਚ ਬੋਲਣ ਦੇ ਨਾਲ, ਸੱਚ ਦੇ ਧਾਰਨੀ ਹੋਣ ਦੇ ਨਾਲ ਇਸ ਦੁਨੀਆ ਦੇ ਵਿੱਚੋਂ ਪਾਰ ਲੰਘਿਆ ਜਾ ਸਕਦਾ ਹੈ। ਬਿਲਕੁਲ ਸੌਖਾ ਉੱਤਰ ਹੈ। ਸਾਚ ਕਹੋ ਦਾ ਮਤਲਬ ਸੱਚ ਕਹੋ, ਸੱਚ ਨੂੰ ਯਾਦ ਰੱਖੋ, ਸੱਚ ਦੀ ਸਿਫਤ ਸਲਾਹ ਕਰੋ, ਤਾਂ ਪਾਰ ਲੰਘਿਆ ਜਾ ਸਕਦਾ ਹੈ। ਹੁਣ ਦੇਖੋ, ਦੁਨੀਆ ਦੇ ਵਿੱਚੋਂ ਪਾਰ ਲੰਘਣ ਦਾ ਜਿਹੜੇ ਆਪਾਪ ਵਿਕਾਰ ਨੇ ਜਾਂ ਸਾਡੀ ਇਹ ਸ਼ਾਂਤੀ ਹੈ, ਇਹਦੇ ਚੋਂ ਪਾਰ ਲੰਘਣ ਦਾ ਕਿੰਨਾ ਸੌਖਾ ਸਾਧਨ ਦੱਸਿਆ ਹੈ ਨਾ। ਸਾਚ ਕਹੋ ਵੀ ਸੱਚ ਬੋਲੋ, ਸੱਚ ਵਿਚਾਰੋ, ਸੱਚ ਨੂੰ ਸੰਗ੍ਰਹਿਣ ਕਰੋ, ਸੱਚਾ ਵਿਹਾਰ ਕਰੋ। ਯਾਨੀ ਮਨ, ਬਚਨ ਔਰ ਕਰਮ ਕਰਕੇ ਸੱਚੇ ਹੋ ਜਾਓ, ਤਾਂ ਵਿਕਾਰਾਂ ਚੋਂ ਪਾਰ ਨਿਕਲ ਜਾਓਗੇ। ਕਿੰਨਾ ਸੌਖਾ ਉੱਤਰ ਹੈ, ਕਿੰਨਾ ਸੌਖਾ ਸਾਧਨ ਹੈ। ਦੇਖੋ, ਜੇ ਚੋਰੀ ਕਰਨੀ ਹੈ ਨਾ, ਤਾਂ ਚੋਰੀ ਕਰਨ ਵਾਸਤੇ ਝੂਠ ਤੇ ਚਾਹੀਦਾ ਹੈ। ਜਦੋਂ ਬੰਦਾ ਸੱਚ ਨੂੰ ਅਪਣਾ ਲੇਗਾ ਤੇ ਕੋਈ ਬੰਦਾ ਚੋਰੀ ਨਹੀਂ ਨਾ ਕਰੇਗਾ। ਰਿਸ਼ਵਤ ਲੈਣ ਔਰ ਦੇਣ ਵਾਲੇ ਨੂੰ ਝੂਠ ਚਾਹੀਦਾ, ਝੂਠ ਤੋਂ ਬਿਨਾਂ ਰਿਸ਼ਵਤ ਨਹੀਂ ਦਿੱਤੀ ਜਾਂਦੀ। ਸੱਚ ਤਾਂ ਇਹ ਹੈ ਕਿ ਜੋ ਵੀ ਕੰਮ ਸਭ ਸਾਹਮਣੇ ਹੈ ਉਹਨੂੰ ਕਰ। ਸੱਚ ਤਾਂ ਇਹ ਹੈ ਕਿ ਇਹ ਤੇਰਾ ਕੰਮ ਨਹੀਂ ਹੋ ਸਕਦਾ ਕਿਉਂਕਿ ਇਹਦੇ ਵਿੱਚ ਉਕਾਈ ਹੈ, ਤਾਂ ਬੰਦਾ ਉਸ ਉਕਾਈ ਨੂੰ ਦੂਰ ਕਰੇਗਾ। ਪਰ ਜਦੋਂ ਬੰਦਾ ਸੱਚ ਨੂੰ ਛੱਡੇਗਾ ਤੇ ਉਹ ਰਿਸ਼ਵਤ ਦੇਵੇਗਾ, ਤੇ ਰਿਸ਼ਵਤ ਲੈਣ ਵਾਲਾ ਵੀ ਸੱਚ ਨੂੰ ਛੱਡੇਗਾ, ਤਾਂ ਹੀ ਝੂਠ ਅੱਗੇ ਚੱਲੇਗਾ ਨਾ। ਤਾਂ ਸੱਚ ਕਹਿਣ ਦੇ ਨਾਲ, ਸੱਚ ਨੂੰ ਅਪਣਾਉਣ ਦੇ ਨਾਲ ਸਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਨੇ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ, ਨਾਨਕ ਵਖਾਣੇ ਬੇਨਤੀ, ਜਿਨ ਸੱਚ ਪੱਲੇ ਹੋਏ। ਤੇ ਸੱਚ ਦਾ ਮਤਲਬ ਰਸਮੀ ਸੱਚ ਨਹੀਂ ਹੈ। ਸੱਚ ਦਾ ਮਤਲਬ ਮੈਂਟੈਲਿਟੀ ਸੱਚੀ ਹੋਣੀ ਚਾਹੀਦੀ ਹੈ। ਮੈਂਟੈਲਿਟੀ ਸੱਚੀ ਹੋਣੀ ਚਾਹੀਦੀ ਹੈ, ਸੋਚ ਸੱਚੀ ਹੋਣੀ ਚਾਹੀਦੀ ਹੈ, ਇਰਾਦਾ ਸੱਚਾ ਹੋਣਾ ਚਾਹੀਦਾ ਹੈ, ਗੰਗੂ ਵਾਲਾ ਸੱਚ ਨਾ ਹੋਵੇ। ਤਾਂ ਗੁਰੂ ਜੀ ਕਹਿੰਦੇ ਨੇ, ਤੇਰੇ ਸਵਾਲ ਦੇ ਵਿੱਚ ਕੋਈ ਦੋਸ਼ ਨਹੀਂ ਹੈ, ਤੇ ਸੱਚ ਕਹਿਣ ਦੇ ਨਾਲ ਸੰਸਾਰ ਸਾਗਰ ਤੋਂ ਪਾਰ ਉਤਰਿਆ ਜਾ ਸਕਦਾ ਹੈ। ਤੇ ਫਿਰ ਜਿਹੜਾ ਪਾਰ ਉਤਰ ਜਾਂਦਾ ਹੈ,
ਉਹਦੀ ਜ਼ਿੰਦਗੀ ਕੈਸੀ ਹੈ, ਪਾਰ ਜਿਹੜਾ ਉਤਰ ਗਿਆ ਉਹਦਾ ਜੀਵਨ ਕੈਸਾ ਹੋਏਗਾ। ਹੁਣ ਅਗਲੀਆਂ ਪੰਕਤੀਆਂ ਵਿੱਚ ਸਮਝਾ ਰਹੇ ਨੇ, ਜਿਹੜਾ ਪਾਰ ਉਤਾਰਾ ਜਿਹਦਾ ਹੋ ਗਿਆ, ਇਹਦਾ ਮਤਲਬ ਇਹ ਨਹੀਂ ਕਿ ਪਾਰ ਉਤਾਰਾ ਕਰਨ ਵਾਸਤੇ ਤੁਸੀਂ ਦੁਨੀਆ ਨੂੰ ਛੱਡੋ, ਸਮਾਜ ਨੂੰ ਛੱਡੋ, ਘਰ ਗ੍ਰਸਤੀ ਨੂੰ ਛੱਡੋ, ਕਿਸੇ ਬਾਬੇ ਦੇ ਚੇਲੇ ਬਣੋ ਜਾਂ ਸੰਤ ਬਣ ਜਾਓ ਜਾਂ ਬਾਬੇ ਬਣ ਜਾਓ, ਚੋਲੇ ਪਾਓ, ਡੇਰਿਆਂ ਤੇ ਜਾਓ, ਸਮਾਧੀਆਂ ਲਾਓ, ਜੰਗਲਾਂ ਵਿੱਚ ਜਾਓ, ਪਹਾੜਾਂ ਤੇ ਚੜੋ, ਗੁਫਾਵਾਂ ਵਿੱਚ ਵੜੋ। ਉਹਦੇ ਵਾਸਤੇ ਇਹ ਲੋੜ ਨਹੀਂ ਹੈ। ਸੱਚ ਨੂੰ ਅਪਣਾਉਣ ਲਈ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ। ਤੇ ਫਿਰ ਜਿਹੜਾ ਸੱਚ ਦੇ ਨਾਲ ਜੁੜਿਆ ਉਹ ਦੁਨੀਆ ਵਿੱਚ ਕਿਵੇਂ ਰਹਿੰਦਾ ਹੈ? ਗੁਰੂ ਜੀ ਕਹਿੰਦੇ ਨੇ, ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈਸਾਣੇ। ਮੁਰਗਾਈ ਨੈਸਾਣੇ, ਨਿਰਾਲਮ ਦਾ ਮਤਲਬ ਹੈ ਨਿਰਾਸਰਾ, ਨਿਰਾਲਾ, ਨਿਰਲੇਪ। ਨੈ ਦਾ ਮਤਲਬ ਹੈ ਨਦੀ, ਤੇ ਸਾਣੇ ਦਾ ਮਤਲਬ ਹੈ ਜਿਵੇਂ। ਨੈ ਸਾਣੇ ਦਾ ਮਤਲਬ ਜਿਵੇਂ ਨਦੀ ਵਿੱਚ, ਜਿਵੇਂ ਨਦੀ ਵਿੱਚ। ਜੈਸੇ ਜਲ ਮੈਂ ਕਮਲ ਨਿਰਾਲਮ, ਜਿਵੇਂ ਪਾਣੀ ਦੇ ਵਿੱਚ ਰਹਿੰਦਾ ਹੋਇਆ ਕਮਲ ਨਿਰਲੇਪ ਰਹਿੰਦਾ ਹੈ। ਇਹ ਮਿਸਾਲ ਗੁਰਬਾਣੀ ਵਿੱਚ ਆਮ ਆਪ ਸਰਵਣ ਕਰਦੇ ਹੋ, ਪਹਿਲਾਂ ਵੀ ਕਈ ਵਾਰ ਵਿਚਾਰਾਂ ਕੀਤੀਆਂ ਨੇ, ਸਾਰੇ ਪ੍ਰਚਾਰਕ ਵੀਰ ਵੀ, ਅਸੀਂ ਆਪਸ ਵਿੱਚ ਸਾਂਝ ਪਾਉਂਦੇ ਹਾਂ ਕਿ ਕਮਲ ਦਾ ਫੁੱਲ ਪਾਣੀ ਵਿੱਚ ਹੈ, ਉਹਨੂੰ ਜੀਵਨ ਵਾਸਤੇ ਪਾਣੀ ਚਾਹੀਦਾ ਹੈ, ਪਰ ਉਹਨੂੰ ਖਿੜਨ ਵਾਸਤੇ ਸੂਰਜ ਚਾਹੀਦਾ। ਜੇ ਸੂਰਜ ਨਾ ਹੋਏ ਤਾਂ ਫੁੱਲ ਕਮਲ ਦਾ ਖਿੜਦਾ ਨਹੀਂ। ਪਾਣੀ ਦੇ ਅੰਦਰ ਰਹਿੰਦਾ, ਉਹ ਚਿੱਕੜ ਵਿੱਚ ਗੰਦਾ ਨਹੀਂ ਹੁੰਦਾ, ਪਾਣੀ ਦੇ ਵਿੱਚ ਡੁੱਬਦਾ ਨਹੀਂ, ਪਾਣੀ ਦੀਆਂ ਲਹਿਰਾਂ ਦੀਆਂ ਪਛਾੜਾਂ ਖਾਂਦਾ, ਪਰ ਫਿਰ ਵੀ ਉਹ ਖਿੜਿਆ ਰਹਿੰਦਾ। ਪਾਣੀ ਵਿੱਚ ਰਹਿੰਦਿਆਂ ਕਮਲ ਦੇ ਵਿੱਚ ਕੋਮਲਤਾ ਹੈ, ਸੁੰਦਰਤਾ ਹੈ, ਸੁਗੰਧ ਹੈ, ਜਾਂ ਉਹਦੇ ਵਿੱਚ ਮਕਰੰਦ ਰਸ ਹੈ, ਜਿਹਨੂੰ ਭੌਰੇ ਆਦਿਕ ਚੂਸਦੇ ਨੇ, ਮਾਣਦੇ ਨੇ। ਹੁਣ ਜਿਵੇਂ ਕਮਲ ਪਾਣੀ ਦੇ ਵਿੱਚ ਰਹਿੰਦਾ ਨਾ ਨਿਰਲੇਪ, ਐਵੇਂ ਇਸ ਦੁਨੀਆ ਵਿੱਚ ਰਹਿਣਾ। ਅਸੀਂ ਕਹਿ ਦਿੰਦੇ ਹਾਂ ਨਾ ਆਮ ਕਰਕੇ ਕਿ ਨਾ ਜੀ ਐਸੀ ਜ਼ਿੰਦਗੀ ਜੀਵੀ ਨਹੀਂ ਜਾ ਸਕਦੀ, ਕਿਉਂਕਿ ਇਹ ਦੁਨੀਆ ਬੜੀ ਮਾੜੀ ਹੈ, ਇੱਥੇ ਬੜੇ ਪਾਪ ਨੇ, ਇੱਥੇ ਬੜੇ ਵਿਕਾਰ ਨੇ, ਇੱਥੇ ਕੋਈ ਕਿਸੇ ਦਾ ਨਹੀਂ। ਤਾਂ ਜੇ ਹੈ ਨੇ ਪਾਪ ਵਿਕਾਰ, ਇਹਦੇ ਵਿੱਚ ਕੋਈ ਦੋਸ਼ ਨਹੀਂ, ਠੀਕ ਹੈ ਨੇ, ਪਰ ਤੁਸੀਂ ਤਾਂ ਪਾਪਾਂ ਤੋਂ ਰਹਿਤ ਹੋ ਸਕਦੇ ਹੋ। ਤੁਹਾਨੂੰ ਕੌਣ ਕਹਿੰਦਾ ਪਾਪ ਕਰੋ? ਜੇ ਸਾਰੀ ਦੁਨੀਆ ਕਰ ਰਹੀ ਤਾਂ ਤੁਸੀਂ ਨਾ ਕਰੋ। ਕਮਲ ਦੀ ਤਰ੍ਹਾਂ ਰਹਿ ਸਕਦੇ ਹੋ ਤੁਸੀਂ, ਸੱਚ ਦੇ ਨਾਲ ਜੁੜ ਕੇ ਰਹਿ ਸਕਦੇ ਹੋ ਤੁਸੀਂ, ਸੱਚੀ ਜ਼ਿੰਦਗੀ ਜੀ ਸਕਦੇ ਹੋ ਤੁਸੀਂ। ਤਾਂ ਮੈਂ ਸੱਚੀ ਜ਼ਿੰਦਗੀ ਜੀ ਸਕਦਾ ਹਾਂ, ਪਰ ਜਦੋਂ ਮੈਂ ਜੀਣਾ ਨਹੀਂ ਚਾਹੁੰਦਾ, ਉਦੋਂ ਫਿਰ ਮੈਂ ਦੂਜਿਆਂ ਤੇ ਦੋਸ਼ ਦਿੰਦਾ ਕਿ ਸਮਾਜ ਵਿੱਚ ਬੁਰਾਈਆਂ ਨੇ, ਇੱਥੇ ਲੋਕ ਚੰਗੇ ਨਹੀਂ, ਜੇ ਦੂਜਾ ਸੱਚ ਨਾ ਬੋਲੇ ਫਿਰ ਅਸੀਂ ਕੀ ਕਰੀਏ। ਐਸੀਆਂ ਗੱਲਾਂ ਫਿਰ ਬੰਦਾ ਕਰੀ ਜਾਂਦਾ ਨਾ। ਗੁਰੂ ਜੀ ਕਹਿੰਦੇ ਨੇ, ਜਿਵੇਂ ਪਾਣੀ ਦੇ ਵਿੱਚ ਕਮਲ ਨਿਰਲੇਪ ਰਹਿੰਦਾ ਹੈ, ਉਵੇਂ ਸੱਚ ਦੇ ਨਾਲ ਜੁੜਨ ਵਾਲਾ ਬੰਦਾ ਵੀ ਮੇਰ ਤੇਰ ਦੇ ਵਿਤਕਰਿਆਂ ਤੋਂ, ਪਾਪਾਂ ਵਿਕਾਰਾਂ ਤੋਂ, ਅਪਰਾਧਾਂ ਤੋਂ ਰਹਿਤ ਰਹਿੰਦਾ ਹੈ। ਦੂਜੀ ਮਿਸਾਲ ਦੇ ਰਹੇ ਨੇ, ਮੁਰਗਾਈ ਨੈਸਾਣੇ। ਮੁਰਗਾਈ ਦਾ ਮਤਲਬ ਮੁਰਗਾਬੀ, ਪਾਣੀ ਦੇ ਵਿੱਚ ਰਹਿੰਦੀ ਹੈ, ਪਾਣੀ ਦੇ ਵਿੱਚ ਤਰਦੀ ਹੈ, ਪਾਣੀ ਚੋਂ ਖੁਰਾਕ ਲੈਂਦੀ ਹੈ, ਲੇਕਿਨ ਜਦੋਂ ਜੀ ਕਰਦਾ ਉੱਡ ਜਾਂਦੀ ਹੈ, ਪਾਣੀ ਵਿੱਚ ਡੁੱਬਦੀ ਨਹੀਂ, ਉਹਦੇ ਖੰਭ ਪਾਣੀ ਵਿੱਚ ਭਿੱਜਦੇ ਨਹੀਂ। ਜਦੋਂ ਜੀ ਕਰਦਾ ਉਡਾਰੀ ਮਾਰ ਜਾਂਦੀ ਹੈ, ਪਾਣੀ ਦੇ ਵਿੱਚ ਡੁੱਬਦੀ ਨਹੀਂ, ਖੁਰਾਕ ਪਾਣੀ ਚੋਂ ਲੈ ਰਹੀ ਹੈ। ਤਾਂ ਇਸੇ ਤਰ੍ਹਾਂ ਇਸ ਦੁਨੀਆ ਦੇ ਵਿੱਚੋਂ ਅਸੀਂ ਆਪਣੀ ਰੋਜੀ ਰੋਟੀ ਪੈਦਾ ਕਰਨੀ ਹੈ, ਰੋਟੀ ਕੱਪੜੇ ਮਕਾਨ ਦੀਆਂ ਲੋੜਾਂ ਦੁਨੀਆ ਚੋਂ ਪੂਰੀਆਂ ਕਰਨੀਆਂ ਨੇ, ਲੇਕਿਨ ਨਿਰਲੇਪ ਰਹਿਣਾ, ਵਿਕਾਰਾਂ ਦੇ ਵਿੱਚ ਡੁੱਬਣਾ ਨਹੀਂ ਹੈ। ਬਾਬਾ ਫਰੀਦ ਜੀ ਨੇ ਇੱਕ ਬੜਾ ਪਿਆਰਾ ਵਚਨ ਕੀਤਾ ਹੈ, ਕਹਿਣ ਲੱਗੇ, ਫਰੀਦਾ ਹੰਸ ਉੱਡਰ ਕੁਦਰੇ ਪਿਆ ਲੋਕ ਵਿਡਾਰਨ ਜਾਏ। ਹੰਸ ਉੱਡਰ ਕੁਦਰੇ ਪਿਆ ਲੋਕ ਵਿਡਾਰਨ ਜਾਏ। ਹੰਸ ਉੱਡਿਆ ਤੇ ਉਹ ਕੋਦਰੇ ਦੀ ਖੇਤ ਵਿੱਚ ਜਾ ਬੈਠਾ, ਤੇ ਜਿਹੜਾ ਖੇਤ ਦਾ ਮਾਲਕ ਹੈ ਉਹ ਹੰਸ ਨੂੰ ਉਡਾਉਣ ਵਾਸਤੇ ਗਿਆ ਵੀ ਇਹ ਖੇਤ ਦਾ ਨੁਕਸਾਨ ਕਰੇਗਾ। ਪਰ ਬਾਬਾ ਫਰੀਦ ਕਹਿੰਦੇ ਨੇ, ਇਹਨੂੰ ਵਿਚਾਰੇ ਨੂੰ ਬੇਸਮਝ ਨੂੰ ਪਤਾ ਨਹੀਂ, ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੋਦਰਾ ਖਾਏ। ਹੰਸ ਤੇ ਕੋਦਰਾ ਖਾਂਦਾ ਹੀ ਨਹੀਂ, ਉਹਨੇ ਨੁਕਸਾਨ ਕਰਨਾ ਹੀ ਨਹੀਂ ਹੈ, ਕਿਉਂਕਿ ਉਹ ਕੋਦਰਾ ਖਾਂਦਾ ਹੀ ਨਹੀਂ, ਉਹਦੀ ਖੁਰਾਕ ਨਹੀਂ ਨਾ। ਕੋਦਰੇ ਦੇ ਖੇਤ ਵਿੱਚ ਬਹਿ ਜ਼ਰੂਰ ਗਿਆ ਹੈ, ਲੇਕਿਨ ਕੋਦਰੇ ਨੂੰ ਖਾਂਦਾ ਨਹੀਂ, ਉਹ ਨੁਕਸਾਨ ਨਹੀਂ ਕਰੇਗਾ। ਇਸੇ ਤਰ੍ਹਾਂ ਜਿਵੇਂ ਹੰਸ ਹੈ ਨਾ, ਕੋਦਰੇ ਦੇ ਖੇਤ ਵਿੱਚ ਨੁਕਸਾਨ ਨਹੀਂ ਕਰਦਾ, ਇਸੇ ਤਰ੍ਹਾਂ ਜੋ ਗੁਰਮੁਖ ਹੈ ਨਾ, ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ, ਰਹਿੰਦਾ ਇਸ ਸੰਸਾਰ ਵਿੱਚ ਹੀ ਹੈ, ਪਰ ਉਹ ਕਿਸੇ ਦਾ ਨੁਕਸਾਨ ਨਹੀਂ ਕਰਦਾ, ਉਹ ਕਿਸੇ ਦਾ ਦਿਲ ਨਹੀਂ ਦੁਖਾਉਂਦਾ, ਉਹ ਬੇਗਾਨਾ ਹੱਕ ਨਹੀਂ ਖਾਂਦਾ, ਉਹਦੀ ਸੁਰਤ ਵਿਕਾਰਾਂ ਦੇ ਵਿੱਚ ਨਹੀਂ ਜੁੜੀ ਹੁੰਦੀ। ਉਹ ਨਿਰਾਲਮ ਹੈ, ਉਹ ਵਿਕਾਰਾਂ ਤੋਂ ਰਹਿਤ ਹੈ, ਉਹ ਮੁਕਤ ਹੈ। ਇਹਨੂੰ ਮੁਕਤੀ ਗੁਰੂ ਪਾਤਸ਼ਾਹ ਜੀ ਦੱਸ ਰਹੇ ਨੇ ਕਿ ਐਵੇਂ ਰਿਹਾ ਜਾ ਸਕਦਾ ਹੈ, ਐਵੇਂ ਅਸੀਂ ਜ਼ਿੰਦਗੀ ਜੀਂਦੇ ਹਾਂ। ਤੇ ਜੋਗੀਆਂ ਨੂੰ ਸਮਝਾਇਆ ਜਾ ਰਿਹਾ ਕਿ ਭਲਿਓ, ਤੁਹਾਨੂੰ ਦੁਨੀਆ ਛੱਡਣ ਦੀ ਲੋੜ ਨਹੀਂ, ਤੁਸੀਂ ਕਿਉਂ ਕੰਨ ਪੜਵਾਈ ਬੈਠੇ ਹੋ?
ਤੁਸੀਂ ਐਵੇਂ ਸਿਰ 'ਚ ਸੁਆਹ ਪਾਈ ਬੈਠੇ ਹੋ। ਤੁਸੀਂ ਸਮਾਧੀਆਂ ਲਾਉਂਦੇ ਫਿਰਦੇ ਹੋ, ਜੰਗਲਾਂ ਵਿੱਚ ਵਿਚਰਦੇ, ਕੰਦ ਮੂਲ ਖਾਂਦੇ, ਕਿੰਨੇ ਤੁਸੀਂ ਦੁਖੀ ਹੋ ਰਹੇ ਹੋ। ਤੇ ਇਹ ਤਾਂ ਸਿੰਪਲ ਜੀ ਗੱਲ ਸੀ, ਸਧਾਰਨ, ਕਿ ਸੱਚ ਦੇ ਨਾਲ ਜੁੜ ਕੇ ਗੁਰੂ ਦਾ ਗਿਆਨ ਹਾਸਲ ਕਰਕੇ ਤੇ ਜ਼ਿੰਦਗੀ ਜੀਣੀ ਸੀ ਔਰ ਬੜਾ ਆਰਾਮ ਦੇ ਨਾਲ ਜੀਣਾ ਸੀ। ਇਸ ਲਈ ਗੁਰੂ ਜੀ ਨੇ ਗ੍ਰਸਥ ਧਰਮ ਨੂੰ ਪ੍ਰਧਾਨਤਾ ਦਿੱਤੀ ਹੈ। ਤੇ ਅੱਜ ਜਦੋਂ ਅਸੀਂ ਵੇਖਦੇ ਹਾਂ ਤੇ ਬਹੁ ਗਿਣਤੀ ਜਿਹੜੀ ਹੈ, ਸਾਡਾ ਜਿਹੜਾ ਬਾਬਾਵਾਦ ਹੈ ਉਹਦਾ ਵੀ ਇਹੀ ਹਾਲ ਹੈ, ਬਸ ਰੂਪ ਬਦਲਿਆ ਥੋੜਾ ਜਿਹਾ। ਅਗਲਾ ਬਚਨ ਕਰਦੇ ਨੇ, ਸੁਰਤ ਸ਼ਬਦ ਭਵਸਾਗਰ ਤਰੀਐ, ਨਾਨਕ ਨਾਮ ਵਖਾਣੈ। ਹੁਣ ਇਹਦੇ ਵਾਸਤੇ ਸਾਨੂੰ ਰਿਸੋਰਸਿਸ ਦੇ ਰਹੇ ਨੇ, ਸਾਧਨ ਕੀ ਹੈ, ਐਸੀ ਜ਼ਿੰਦਗੀ ਕਿਵੇਂ ਬਣਾਈ ਜਾਏ। ਤਾਂ ਉਹਦੇ ਵਾਸਤੇ ਸੁਰਤ ਸ਼ਬਦ, ਸੁਰਤ ਔਰ ਸ਼ਬਦ ਦਾ ਮਿਲਾਪ ਹੋ ਜਾਏ, ਭਵਸਾਗਰ ਤਰੀਐ, ਫਿਰ ਭਵਸਾਗਰ ਨੂੰ, ਵਿਕਾਰਾਂ ਨੂੰ ਤਰ ਜਾਈਦਾ ਹੈ। ਨਾਨਕ ਨਾਮ ਵਖਾਣੈ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਦਾ ਵਿਆਖਿਆਨ। ਨਾਮ ਦਾ ਮਤਲਬ ਹੁਕਮ, ਹੁਕਮ ਦੀ ਗੱਲ ਕਰੋ, ਹੁਕਮ ਦੇ ਵਿੱਚ ਰਹੋ, ਰੱਬੀ ਗੁਣਾਂ ਦੀ ਗੱਲ ਕਰੋ। ਸੁਰਤ ਸ਼ਬਦ ਨੂੰ ਸਮਝ ਲੈਣਾ ਇੱਥੇ ਮੇਨ ਚੀਜ਼ ਹੈ, ਸੁਰਤ ਸ਼ਬਦ। ਕਿਉਂਕਿ ਸੁਰਤ ਸ਼ਬਦ ਦੀ ਜੋ ਐਕਸਪਲੇਨੇਸ਼ਨ ਹੈ ਨਾ, ਇੰਟਰਪ੍ਰੀਟੇਸ਼ਨ, ਉਹ ਜਿਹੜੀ ਕੀਤੀ ਗਈ ਹੈ ਉਹ ਯੋਗੀਆਂ ਵਾਲੀ ਕੀਤੀ ਗਈ ਹੈ ਕਿ ਤੁਸੀਂ ਬੈਠੋ ਔਰ ਸੁਰਤ ਨੂੰ ਦਸਮ ਦੁਆਰ ਦੇ ਵਿੱਚ ਜੋੜੋ। ਉੱਥੇ ਅੰਦਰ ਤੁਹਾਨੂੰ ਸ਼ਬਦ ਸੁਣਾਈ ਦੇਣਗੇ। ਕੋਈ ਕਹਿੰਦਾ ਮੁਰਲੀ, ਬੰਸਰੀ, ਕੋਈ ਕਹਿੰਦਾ ਢੋਲਕੀ, ਜਾਂ 5 ਤਰ੍ਹਾਂ ਦੇ ਜਿਹੜੇ ਸਾਜ਼ ਨੇ, ਛੈਣੇ ਆਦਿਕ, ਇਹ ਸ਼ਬਦ ਸੁਣਨਗੇ। ਬੇਨਤੀ ਕਰਾਂ, ਇੱਥੇ ਉਹ ਜੋਗੀਆਂ ਵਾਲੀ ਸੁਰਤ ਦੀ ਗੱਲ ਨਹੀਂ ਹੈ ਕਿ ਇਕਾਂਤ ਵਿੱਚ ਬੈਠੋ ਤੇ ਸਮਾਧੀ ਲਾਓ ਤੇ ਸੁਰਤ ਜੋੜੋ। ਗੁਰੂ ਜੀ ਦੀ ਪਾਵਨ ਬਾਣੀ ਦਾ ਬੜਾ ਪਿਆਰਾ ਸ਼ਬਦ ਹੈ, ਆਪ ਆਪਣੇ ਫੋਨ ਦੇ ਵਿੱਚ ਐਪ ਤੇ ਕੱਢ ਕੇ ਦੇਖ ਸਕਦੇ ਹੋ, ਨਹੀਂ ਤਾਂ ਬਾਅਦ ਵਿੱਚ ਦੇਖ ਲੈਣਾ। ਗੁਰੂ ਜੀ ਕਹਿੰਦੇ ਨੇ, ਮਨ ਨਿਰਮਲ ਨਹੀਂ 10ਵੇਂ ਦਵਾਰ, ਭ੍ਰਮ ਭ੍ਰਮ ਆਵੇ ਮੂੜਾ ਵਾਰੋ ਵਾਰ। ਦੁਬਾਰਾ ਫਿਰ ਸੁਣ ਲਓ, ਮਨ ਨਿਰਮਲ ਨਹੀਂ 10ਵੇਂ ਦਵਾਰ, ਭ੍ਰਮ ਭ੍ਰਮ ਆਵੇ ਮੂੜਾ ਵਾਰੋ ਵਾਰ। ਜਿਹਦਾ ਮੀਨਿੰਗ ਭਾਈ ਸਾਹਿਬ ਸਿੰਘ ਜੀ ਕਰ ਰਹੇ ਨੇ ਕਿ 10ਮ ਦੁਆਰ ਵਿੱਚ ਪ੍ਰਾਣ ਚੜਾਉਣ ਦੇ ਨਾਲ ਮਨ ਨਿਰਮਲ ਨਹੀਂ ਹੁੰਦਾ, ਸਗੋਂ ਇਹੋ ਜਿਹੇ ਕੁਝ ਕੰਮਾਂ ਦੇ ਵਿੱਚ ਲੱਗਾ ਹੋਇਆ ਮੂਰਖ ਮਨੁੱਖ ਮੁੜ ਮੁੜ ਕੇ ਜਨਮ ਮਰਨ ਦੇ ਗੇੜ ਵਿੱਚ ਪੈਂਦਾ ਹੈ। ਭਾਈ ਸਾਹਿਬ ਸਿੰਘ ਜੀ ਇਹਦਾ ਅਰਥ ਕਰ। ਭ੍ਰਮ ਭ੍ਰਮ ਆਵੇ ਮੂੜਾ, ਮੂੜਾ ਦਾ ਮਤਲਬ ਮੂਰਖ। ਹੁਣ ਗੁਰੂ ਜੀ ਇਹ ਕਰਮ ਕਰਨ ਵਾਲੇ ਨੂੰ ਮੂਰਖ ਕਹਿ ਰਹੇ ਨੇ ਕਿ ਮੂਰਖਤਾ ਭਰਿਆ, ਯਾਨੀ ਬੇਸਮਝੀ ਵਾਲੇ ਕੰਮ ਨੇ। ਲੇਕਿਨ ਸਾਨੂੰ ਸਿਖਾਇਆ ਜਾ ਰਿਹਾ ਕਿ ਤੁਸੀਂ 10ਮ ਦੁਆਰ ਵਿੱਚ ਪ੍ਰਾਣ ਚੜਾਓਗੇ ਤਾਂ ਤੁਹਾਡੀ ਮੁਕਤੀ ਹੋਏਗੀ। ਹੈ ਨਾ ਪ੍ਰੋਬਲਮ, ਕਿਤੇ ਤਾਂ ਪ੍ਰੋਬਲਮ ਹੈ। 10ਮ ਦੁਆਰ ਵਿੱਚ ਪ੍ਰਾਣ ਤੇ ਜੋਗੀ ਵੀ ਚੜਾ ਰਹੇ ਸਨ, ਫਿਰ ਗੁਰੂ ਨਾਨਕ ਦੇਵ ਨੂੰ ਉਹਨਾਂ ਨਾਲ ਵਿਚਾਰ ਕਰਨ ਦੀ ਲੋੜ ਨਹੀਂ ਸੀ ਨਾ। ਤਾਂ ਇੱਥੇ ਸੁਰਤ ਸ਼ਬਦ ਨੂੰ ਸਮਝਣਾ ਹੈ। ਗੁਰੂ ਨਾਨਕ ਦੇਵ ਜੀ ਉਹ ਸ਼ਬਦ ਜੋ ਵਰਤ ਰਹੇ ਨੇ, ਇਹਦਾ ਮੀਨਿੰਗ ਉਹਨਾਂ ਨਾਲੋਂ ਬਿਲਕੁਲ ਡਿਫਰੈਂਟ ਹੈ। ਸੁਰਤ ਦਾ ਮਤਲਬ ਤੁਹਾਡੀ ਮੈਂਟੈਲਿਟੀ, ਮਾਨਸਿਕਤਾ, ਸੋਚ, ਚੇਤਾ ਸ਼ਕਤੀ, ਤੇ ਸ਼ਬਦ ਦਾ ਮਤਲਬ ਹੈ ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ, ਸੱਚ। ਸੱਚ ਦੇ ਨਾਲ ਸੁਰਤ ਜੁੜਨੀ ਚਾਹੀਦੀ ਹੈ। ਗੁਰੂ ਦੀ ਵਿਚਾਰਧਾਰਾ ਜੋ ਗੁਰੂ ਜੀ ਨੇ ਸਾਨੂੰ ਵੇ ਆਫ ਲਾਈਫ ਦਿੱਤਾ ਹੈ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਜੋ ਗੁਰੂ ਦੀ ਵਿਚਾਰਧਾਰਾ ਹੈ, ਉਹਦੇ ਨਾਲ ਸਾਡੀ ਸੁਰਤ, ਸਾਡੀ ਮਾਨਸਿਕਤਾ, ਸਾਡੀ ਸੋਚ ਜੁੜਨੀ ਚਾਹੀਦੀ ਹੈ। ਫਿਰ ਤੁਸੀਂ ਭਵਸਾਗਰ ਤਰੀਏ ਦਾ ਮਤਲਬ ਐਵੇਂ ਭਵਸਾਗਰ ਨੂੰ ਤਰਿਆ ਜਾ ਸਕਦਾ ਹੈ। ਭਵਸਾਗਰ ਦਾ ਮਤਲਬ ਵਿਕਾਰ ਜੋ ਸਾਡੇ ਖੋਪਰੀ ਦੇ ਅੰਦਰ ਭਰੇ ਪਏ ਨੇ। ਜੇ ਸਾਡੀ ਸੁਰਤ, ਸੋਚ, ਜੋ ਸਾਡੀ ਮੈਂਟੈਲਿਟੀ, ਮਾਨਸਿਕਤਾ ਹੈ, ਚਿੱਤ ਹੈ, ਉਹ ਰੱਬੀ ਗੁਣਾਂ ਦੇ ਨਾਲ ਜੁੜ ਜਾਏ, ਸੱਚ ਨਾਲ, ਦਇਆ ਨਾਲ, ਪ੍ਰੇਮ ਨਾਲ, ਨਿਰਭੈਤਾ ਨਾਲ, ਨਿਰਵੈਰਤਾ ਨਾਲ। ਭਵਸਾਗਰ ਤਰੀਏ ਦਾ ਮਤਲਬ ਭਵਸਾਗਰ ਨੂੰ ਤਰ ਜਾਈਦਾ। ਨਾਨਕ ਨਾਮ ਵਖਾਣੇ, ਗੁਰੂ ਸਾਹਿਬ ਜੀ ਕਹਿੰਦੇ ਨੇ ਨਾਮ ਵਖਾਣੇ ਦਾ ਮਤਲਬ ਵਿਆਖਿਆਨ ਕਰਨਾ, ਨਾਮ ਦਾ ਮਤਲਬ ਹੁਕਮ, ਹੁਕਮ ਦੀ ਗੱਲ ਕਰਨੀ, ਹੁਕਮ ਨੂੰ ਸਮਝਣਾ, ਰੱਬੀ ਗੁਣਾਂ ਦੀ ਗੱਲ ਕਰਨੀ, ਗੁਣ ਗਾਉਣੇ, ਗੁਣਾਂ ਨੂੰ ਹਿਰਦੇ ਵਿੱਚ ਵਸਾਣਾ, ਗੁਣਾਂ ਵਾਲਾ ਵਿਹਾਰ ਕਰਨਾ, ਯਾਨੀ ਰੱਬੀ ਹੁਕਮ ਦੇ ਅੰਦਰ ਰਹਿਣਾ ਔਰ ਗੁਰੂ ਉਪਦੇਸ਼ ਦੇ ਨਾਲ, ਗੁਰੂ ਗਿਆਨ ਦੇ ਨਾਲ ਆਪਣੀ ਸੁਰਤ ਨੂੰ ਜੋੜਨਾ। ਇਹ ਸੰਸਾਰ ਸਾਗਰ ਨੂੰ ਤਰਨ ਦਾ ਰਾਸਤਾ ਹੈ, ਗ੍ਰਸਤ ਨੂੰ ਤਿਆਗ ਕੇ ਨਹੀਂ। ਗ੍ਰਸਤ ਦੇ ਅੰਦਰ ਰਹਿੰਦੇ ਆ, ਕੋਈ ਬਸਤਰ ਆਦਿਕ ਵੱਖਰੇ ਪਾਉਣ ਦੀ ਜ਼ਰੂਰਤ ਨਹੀਂ, ਦੁਨੀਆ ਨੂੰ ਛੱਡਣ ਦੀ ਲੋੜ ਨਹੀਂ। ਸਗੋਂ ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ
ਹਸੰਦਿਆਂ ਖੇਲੰਦਿਆਂ ਖਾਵੰਦਿਆਂ ਪੈਨੰਦਿਆਂ ਵਿੱਚੇ ਹੋਏ ਮੁਕਤ। ਹੱਸਦਿਆਂ ਖੇਡਦਿਆਂ ਖਾਂਦਿਆਂ ਪਹਿਨਦਿਆਂ ਕਿਰਤਕਾਰ ਕਰਦਿਆਂ ਸੰਸਾਰ ਵਿੱਚ ਜ਼ਿੰਦਗੀ ਜੀਂਦਿਆਂ ਹੀ ਮੁਕਤੀ ਹਾਸਲ ਕਰ ਲੈਣੀ। ਕਾਹਦੇ ਤੋਂ? ਵਿਕਾਰਾਂ ਤੋਂ। ਰਹਿ ਇਕਾਂਤ, ਇਹਨੂੰ ਇਕਾਂਤ ਨਹੀਂ ਪੜਨਾ, ਈ ਕਰਕੇ ਬੋਲਣਾ ਹੈ। ਈੜੀ ਨਾਲ ਸਿਹਾਰੀ ਲੱਗੀ ਹੈ। ਈ ਰਹਿ ਇਕਾਂਤ ਏਕੋ ਮਨ ਵਸਿਆ ਆਸਾ ਮਾਹੇ ਨਿਰਾਸ਼ੋ। ਹੁਣ ਜੋਗੀ ਜਿਹੜੇ ਨੇ ਇਕਾਂਤ ਵਿੱਚ ਰਹਿੰਦੇ ਨੇ ਕਿ ਅਸੀਂ ਇਕਾਂਤ ਵਿੱਚ ਰਹਾਂਗੇ ਤਾਂ ਦੁਨੀਆ ਵੱਲ ਸਾਡਾ ਧਿਆਨ ਨਹੀਂ ਜਾਏਗਾ, ਤੇ ਜਦੋਂ ਧਿਆਨ ਹੀ ਨਹੀਂ ਜਾਣਾ, ਕਿਸੇ ਵੱਲ ਹੋਰ ਕੁਝ ਦਿਸਣਾ ਹੀ ਨਹੀਂ, ਤਾਂ ਫਿਰ ਸਾਡੀ ਸੁਰਤ ਜਿਹੜੀ ਉਹ ਰੱਬ ਨਾਲ ਜੁੜ ਜਾਏਗੀ, ਐਵੇਂ ਉਹ ਲੋਕ ਸਮਝਦੇ ਨੇ। ਤਾਂ ਇਕਾਂਤ ਦਾ ਵਸਣਾ ਕਿਹੜਾ ਹੈ? ਹੁਣ ਜੇ ਸਾਰੀ ਦੁਨੀਆ ਰੱਬ ਨੂੰ ਪਾਣਾ ਚਾਹੇ, ਜਿਵੇਂ ਆਮ ਲੋਕ ਕਹਿੰਦੇ ਨੇ, ਉਸ ਢੰਗ ਨਾਲ, ਤਾਂ ਫਿਰ ਇਕਾਂਤ ਕਿੱਥੇ ਲੱਭੋਗੇ? ਇੰਨੀ ਦੁਨੀਆ ਵਿੱਚ ਇਕਾਂਤ ਕਿੱਥੇ ਲੱਭੇਗਾ? ਆਪਣੇ ਕਿਸੇ ਕਮਰੇ ਦੇ ਵਿੱਚ ਬਹਿ ਜਾਓਗੇ ਵੱਖਰਾ, ਜਿਵੇਂ ਅੱਜ ਕੱਲ ਲੋਕਾਂ ਨੇ ਪੂਜਾ ਰੂਮ ਬਣਾਏ ਨੇ, ਉੱਥੇ ਬਹਿ ਜਾਓਗੇ ਤੇ ਫਿਰ ਖਟਾਪਟੀ ਦੀ ਆਵਾਜ਼ ਆਏਗੀ, ਬੱਚੇ ਟੀਵੀ ਚਲਾਉਣਗੇ ਤਾਂ ਆਵਾਜ਼ ਆਣੀ ਹੈ, ਘਰ ਵਾਲੀ ਨੇ ਚਾਹ ਬਣਾਉਣ ਲੱਗੀ ਤੂੰ ਜੱਗ ਥੱਲੇ ਡਿੱਗ ਗਿਆ ਤੇ ਠਾਂ ਦੀ ਆਵਾਜ਼ ਫਿਰ ਆਉਣੀ ਹੈ, ਗੁਆਂਢੀਆਂ ਦੀ ਮੋਟਰਸਾਈਕਲ ਦੀ ਆਵਾਜ਼ ਆਉਣੀ ਹੈ। ਤੇ ਇੰਡੀਆ ਵਿੱਚ ਤੇ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਫਿਰ ਰੇਹੜੀਆਂ ਵਾਲਿਆਂ ਦੀ ਆਵਾਜ਼, ਫਿਰ ਉੱਥੇ ਤਾਂ ਸਮਾਧੀ ਲਾਣੀ ਮੁਸ਼ਕਲ ਹੈ। ਕਿਵੇਂ ਇਕਾਂਤ ਹੋਊਗੀ? ਔਰ ਇਕਾਂਤ ਰਹਿ ਕੇ ਜ਼ਿੰਦਗੀ ਚੱਲ ਵੀ ਨਹੀਂ ਸਕਦੀ, ਕਿਉਂਕਿ ਮਨੁੱਖ ਸਮਾਜਿਕ ਪ੍ਰਾਣੀ ਹੈ। ਇਹਨੂੰ ਰਿਸ਼ਤੇਦਾਰ, ਸੱਜਣ ਮਿੱਤਰਾਂ ਦੀ, ਭੈਣਾਂ ਭਰਾਵਾਂ ਦੀ, ਧੀਆਂ ਪੁੱਤਰਾਂ ਦੀ ਜ਼ਰੂਰਤ ਹੈ। ਤਾਂ ਇਕਾਂਤ ਕੀ ਹੈ? ਕਿਉਂਕਿ ਇਕਾਂਤ ਨੂੰ ਬੜੀ ਮਹਾਨਤਾ ਦਿੱਤੀ ਗਈ ਹੈ ਕਿ ਦੁਨੀਆ ਤੋਂ ਇਕਾਂਤ ਹੋ ਕੇ, ਵੱਖਰਾ ਹੋ ਕੇ ਰੱਬ ਨੂੰ ਪਾਇਆ ਜਾ ਸਕਦਾ ਹੈ, ਵੱਖਰਿਆਂ ਹੋ ਕੇ ਭਗਤੀ ਕੀਤੀ ਜਾ ਸਕਦੀ ਹੈ। ਗੁਫਾਵਾਂ ਦੇ ਵਿੱਚ ਜਾਣਾ ਪਵੇਗਾ, ਭੋਰਿਆਂ ਦੇ ਵਿੱਚ ਉੱਡਣਾ ਪਵੇਗਾ। ਗੁਰੂ ਜੀ ਕਹਿੰਦੇ ਨੇ ਇਹ ਗਲਤ ਹੈ। ਇਕਾਂਤ ਕੀ ਹੈ? ਰਹਿ ਇਕਾਂਤ ਏਕੋ ਮਨ ਵਸਿਆ। ਜਿਸ ਮਨੁੱਖ ਦੇ ਮਨ ਦੇ ਅੰਦਰ ਕੇਵਲ ਇੱਕ ਵਸ ਗਿਆ ਹੈ, ਆਸਾ ਮਾਹੇ ਨਿਰਾਸ਼ੋ, ਜੋ ਸੰਸਾਰ ਦੇ ਅੰਦਰ ਰਹਿੰਦਾ ਹੋਇਆ, ਖਾਹਿਸ਼ਾਂ ਦੇ ਵਿੱਚ ਰਹਿੰਦਾ ਹੋਇਆ ਨਿਰਲੇਪ ਹੈ ਇਹਨਾਂ ਖੁਆਇਸ਼ਾਂ ਤੋਂ, ਵਿਕਾਰਾਂ ਤੋਂ, ਉਹ ਇਕਾਂਤੀ ਹੈ। ਉਹ ਇਕਾਂਤ ਹੈ। ਦੁਨੀਆ ਨੂੰ ਛੱਡਣ ਦੀ ਲੋੜ ਨਹੀਂ ਹੈ। ਇਕਾਂਤ ਦਾ ਮਤਲਬ ਮਨ ਦੇ ਅੰਦਰ ਇੱਕ ਵਸ ਜਾਏ। ਹੁਣ ਸਾਡੇ ਮਨ ਦੇ ਅੰਦਰ ਕੀ ਹੈ? ਸਾਡਾ ਮਨ ਇਕਾਂਤ ਵਿੱਚ ਨਹੀਂ ਹੈ। ਕਰੀਬ 60,000 ਵਿਚਾਰ 24 ਘੰਟਿਆਂ ਦੇ ਅੰਦਰ ਸਾਡੇ ਮਨ ਵਿੱਚ ਆ ਰਹੇ ਨੇ। ਮਨ ਤਾਂ ਭਰਿਆ ਪਿਆ ਬੜੀ ਬੁਰੀ ਤਰ੍ਹਾਂ। ਈਰਖਾ ਦਵੇਸ਼ ਦੇ ਵਿਚਾਰ ਕਿੰਨੇ ਸਾਰੇ ਉੱਠ ਰਹੇ ਨੇ। ਮਨ ਦੇ ਅੰਦਰ ਸੱਚ, ਕੇਵਲ ਸੱਚ ਦੇ ਨਾਲ ਮਨ ਜੁੜ ਜਾਏ, ਮਨ ਦੌੜੇ ਨਾ, ਇੱਕ ਦੇ ਨਾਲ ਜੁੜ ਜਾਏ, ਉਹਨੂੰ ਕਹਿੰਦੇ ਨੇ ਇਕਾਂਤ। ਜਿਹੜਾ ਇੱਕ ਦੇ ਨਾਲ ਜੁੜ ਜਾਏਗਾ, ਉਹਨੂੰ ਸਾਰਿਆਂ ਦੇ ਵਿੱਚ ਇੱਕ ਰੂਪ ਰੱਬ ਦਾ ਦਿਸੇਗਾ, ਜੋ ਦਿਸੈ ਸੋ ਤੇਰਾ ਰੂਪ। ਉਹਨੂੰ ਆਦੇਸ਼ਾਂ ਦੀਆਂ ਵੰਡੀਆਂ ਨਾਲ ਉਹ ਇਹਨਾਂ ਚੀਜ਼ਾਂ ਤੋਂ ਉੱਤੇ ਹੋਏਗਾ। ਉਹਦੇ ਅੰਦਰ ਜਾਤੀਵਾਦ ਨਹੀਂ ਹੋਏਗਾ, ਮੇਰ ਤੇਰ ਦੇ ਵਿਤਕਰੇ ਨਹੀਂ ਹੋਣਗੇ। ਸਗੋਂ ਉਹਦੇ ਅੰਦਰੋਂ ਤਾਂ ਆਵਾਜ਼ ਆਏਗੀ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕਿਉ ਮੇਰੇ ਰਾਜਨ। ਜਿਹੜਾ ਇੱਕ ਦੇ ਨਾਲ ਜੁੜਿਆ ਹੋਏਗਾ ਨਾ, ਉਹ ਅੰਦਰੋਂ ਬਾਹਰੋਂ ਇੱਕ ਹੋਏਗਾ। ਜਿਹੜਾ ਇੱਕ ਦੇ ਨਾਲ ਜੁੜਿਆ ਹੋਏਗਾ, ਇਕਾਂਤ ਵਿੱਚ ਹੋਏਗਾ, ਉਹ ਮਨੁੱਖ ਦਾ ਵਿਹਾਰ ਸਾਰਿਆਂ ਦੇ ਨਾਲ ਇੱਕ ਹੋਏਗਾ, ਇੱਕ ਨਜ਼ਰੀਆ ਹੋਏਗਾ, ਇੱਕੋ ਜਿਹਾ ਵਿਹਾਰ ਦੁਨੀਆ ਦੇ ਨਾਲ ਹੋਏਗਾ। ਜਿਹਦੇ ਅੰਦਰ ਇੱਕ ਵਸ ਗਿਆ, ਤੇ ਜਿਹਦੇ ਅੰਦਰ ਇੱਕ ਨਹੀਂ ਵਸਿਆ, ਉਹ ਤਾਂ ਬਾਹਰ ਬੇਸ਼ੱਕ ਕਿਸੇ ਕਮਰੇ ਵਿੱਚ ਬੰਦ ਵੀ ਕਰ ਦੋ ਤਾਂ ਵੀ ਉਹ ਭੀੜ ਵਿੱਚ ਹੀ ਹੈ। ਕੁਝ ਲੋਕ ਨੇ ਭੀੜ ਵਿੱਚ ਰਹਿੰਦਿਆਂ ਵੀ ਇਕਾਂਤ ਵਿੱਚ ਨੇ, ਤੇ ਕੁਝ ਲੋਕ ਨੇ ਜੋ ਇਕਾਂਤ ਵਿੱਚ ਬੈਠਿਆਂ ਵੀ ਅੰਦਰ ਰੌਲਾ ਹੀ ਹੈ। ਮੈਂ ਇੱਥੇ ਇਕੱਲਾ ਬੈਠਾ, ਲੇਕਿਨ ਇਕੱਲਾ ਬੈਠਾ ਸੋਚ ਰਿਹਾ ਕਿ ਉਦੋਂ ਵਿਆਹ ਦੇ ਵਿੱਚ ਮੇਰੀ ਭੂਆ ਨੇ ਮੈਨੂੰ ਮਾੜਾ ਬੋਲਿਆ ਸੀ, ਤੇ ਸਾਡੇ ਨਾਨਕੇ ਨਹੀਂ ਸਨ ਚੰਗੀ ਤਰ੍ਹਾਂ ਵਰਤੇ, ਤੇ ਸਾਡੇ ਦਾਦਕਿਆਂ ਨੇ ਇੰਜ ਕੀਤਾ ਸੀ, ਤੇ ਫਲਾਣੇ ਮੇਲੇ ਤੇ ਗਏ ਸਾਂ ਤੇ ਉੱਥੇ ਲੜਾਈ ਹੋ ਗਈ ਸੀ, ਫਲਾਂ ਬੰਦੇ ਨੇ। ਯਾਨੀ ਭੀੜ ਦੇ ਵਿੱਚ ਹੀ ਆ ਨਾ, ਬੈਠਾ ਇਕੱਲਾ ਵਾਂ ਪਰ ਇਕੱਲਾ ਹੀ ਭੀੜ ਵਿੱਚ ਆ। ਔਰ ਬੰਦਾ ਇਕਾਂਤ ਜਦੋਂ ਆਪਣੇ ਅੰਦਰ ਝਾਤ ਮਾਰਦਾ ਹੈ ਨਾ, ਤਾਂ ਇੱਕ ਦੇ ਨਾਲ ਜੁੜਨਾ ਵੀ ਆਮ ਲੋਕ ਨਹੀਂ ਚਾਹੁੰਦੇ। ਤਾਂ ਗੁਰੂ ਸਾਹਿਬ ਜੀ ਇੱਥੇ ਸਮਝਾ ਰਹੇ ਨੇ ਕਿ ਸਿੱਧੋ, ਦੁਨੀਆ ਛੱਡਣ ਦੀ ਲੋੜ ਨਹੀਂ ਜੋ ਤੁਸੀਂ ਛੱਡੀ ਫਿਰਦੇ ਹੋ। ਇਕਾਂਤ ਵਿੱਚ, ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਹੈ। ਬਾਬਾ ਫਰੀਦ ਜੀ ਵੀ ਸਮਝਾਉਂਦੇ ਨੇ, ਫਰੀਦਾ ਜੰਗਲ ਜੰਗਲ ਕਿਆ ਪਵੇਂ, ਵਣ ਕੰਡਾ ਮੋੜਹਿ ਵਸੀ ਰੱਬ ਹੀ ਆਲੀਐ, ਜੰਗਲ ਕਿਆ ਢੂੰਢੇ, ਊਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ।
ਮਾਂ-ਬਾਪ ਨੂੰ ਛੱਡ ਕੇ, ਭੈਣਾਂ-ਭਰਾਵਾਂ ਨੂੰ ਛੱਡ ਕੇ ਮੈਂ ਤਾਂ ਜੰਗਲਾਂ ਵਿੱਚ ਜਾਵਾਂ, ਜੇ ਮੇਰੇ ਮਾਂ-ਬਾਪ ਵਿੱਚ ਰੱਬ ਨਾ ਹੋਵੇ, ਭੈਣਾਂ-ਭਰਾਵਾਂ ਵਿੱਚ ਰੱਬ ਨਾ ਹੋਵੇ। ਗੁਰੂ ਜੀ ਤਾਂ ਕਹਿ ਰਹੇ ਨੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈਂ ਤਾਂ ਪੋ ਕਿਹਾ ਕਾੜਾ ਜੀ। ਦੇਖੋ, ਜੇ ਇਹਨਾਂ ਚੀਜ਼ਾਂ ਨੂੰ ਪਿਆਰ ਨਾਲ ਸਮਝਿਆ ਜਾਏ ਔਰ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਕੇ, ਆਪਣੀਆਂ ਕਮਜ਼ੋਰੀਆਂ ਇਧਰ ਨਾ ਥੁੱਕੀਆਂ ਜਾਣ ਬਾਣੀ ਤੇ, ਸਗੋਂ ਬਾਣੀ ਅਨੁਸਾਰ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕੀਤਾ ਜਾਏ। ਇਹ ਨਾ ਕਿਹਾ ਜਾਏ ਕਿ ਜੇ ਕੋਈ ਦੂਜਾ ਨਾ ਕਵੇ ਜਾਂ ਇੰਜ ਨਹੀਂ ਹੋ ਸਕਦਾ, ਐਸਾ ਨਹੀਂ ਹੈ। ਮਾਂ ਦੇ ਅੰਦਰ ਰੱਬ ਨੂੰ ਵੇਖੋ, ਪਿਓ ਦੇ ਅੰਦਰ ਰੱਬ ਨੂੰ ਵੇਖੋ, ਭੈਣਾਂ ਭਰਾਵਾਂ ਵਿੱਚ ਰੱਬ ਨੂੰ ਜੇ ਕੋਈ ਵੇਖੇ ਔਰ ਬੱਚੇ ਮਾਂ-ਬਾਪ ਦੇ ਨਾਲ ਰੱਬ ਵਰਗਾ ਪਿਆਰ ਔਰ ਸਤਿਕਾਰ ਕਰਨ, ਤਾਂ ਜ਼ਿੰਦਗੀ ਕਿੰਨੀ ਸੌਖੀ ਹੋ ਜਾਏਗੀ। ਜੋਗੀ ਬਣਨ ਦੀ ਲੋੜ ਹੈ, ਜੋਗੀ ਬਣਨ ਦੀ ਲੋੜ ਨਹੀਂ, ਸੰਸਾਰ ਨੂੰ ਛੱਡਣ ਦੀ ਲੋੜ ਨਹੀਂ। ਜੇ ਸਾਰੇ ਇਹ ਚੀਜ਼ ਨੂੰ ਸੋਚ ਲੈਣ, ਸਮਝ ਲੈਣ, ਵਿਚਾਰ ਲੈਣ, ਘਰ ਸਵਰਗ ਹੋ ਸਕਦੇ ਨੇ। ਤਾਂ ਰਹਿ ਇਕਾਂਤ ਏਕੋ ਮਨ ਵਸਿਆ, ਆਸਾ ਮਾਹਿ ਨਿਰਾਸੋ। ਜੋ ਇੱਕ ਸਵਾਮੀ ਨੂੰ ਆਪਣੇ ਅੰਦਰ ਟਿਕਾ ਲੈਂਦਾ ਹੈ ਔਰ ਖਾਹਿਸ਼ਾਂ ਤੋਂ ਰਹਿਤ ਜ਼ਿੰਦਗੀ ਜੀਂਦਾ ਹੈ, ਉਹ ਬੰਦਾ ਇਕਾਂਤ ਵਿੱਚ ਹੈ, ਕਿਉਂਕਿ ਉਹਦੇ ਅੰਦਰ ਭੀੜ ਨਹੀਂ ਹੈ ਵਿਚਾਰਾਂ ਦੀ। ਉਹ ਆਪਣੇ ਗੋਲ ਦੇ ਉੱਤੇ ਹੈ। ਉਹਦੀ ਜ਼ਿੰਦਗੀ ਦਾ ਮਕਸਦ ਹੈ ਸਚਿਆਰ ਹੋਣਾ। ਉਹ ਸੱਚ ਨੂੰ ਬੇਸ ਬਣਾ ਕੇ ਜ਼ਿੰਦਗੀ ਜੀ ਰਿਹਾ ਹੈ। ਇੱਕੋ ਜਿਹਾ ਉਹਦੇ ਨਾਲ ਵਿਹਾਰ ਹੈ। ਇਹਨੂੰ ਕਹਿੰਦੇ ਨੇ ਇਕਾਂਤ। ਅਗੰਮ ਅਗੋਚਰ ਦੇਖ ਦਿਖਾਏ, ਨਾਨਕ ਤਾਕਾ ਦਾਸੋ। ਅਗੰਮ ਦਾ ਮਤਲਬ ਅਪਹੁੰਚ, ਅਗੋਚਰ ਦਾ ਮਤਲਬ ਸਾਡੇ ਗਿਆਨ ਇੰਦਰੀਆਂ ਤੋਂ ਜੋ ਪਰੇ ਹੈ। ਦੇਖ ਦੇ ਅੱਖੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਦੇਖ ਕੇ। ਦਿਖਾਏ ਦਾ ਮਤਲਬ ਦੂਜਿਆਂ ਨੂੰ ਵਿਖਾਵੇ। ਨਾਨਕ ਤਾਕਾ ਦਾਸੋ, ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਮੈਂ ਉਸ ਬੰਦੇ ਦਾ ਦਾਸ ਹਾਂ, ਮੈਂ ਉਹਦਾ ਸੇਵਕ ਹੋਣ ਲਈ ਤਿਆਰ ਹਾਂ। ਜਿਹੜਾ ਪ੍ਰਭੂ ਜੋ ਅਪਹੁੰਚ ਤੇ ਮਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਜਿਹੜਾ ਉਹਨੂੰ ਦੇਖ ਲਵੇ, ਮਹਿਸੂਸ ਕਰੇ ਔਰ ਫਿਰ ਦੂਜਿਆਂ ਨੂੰ ਵੀ ਦਿਖਾਏ, ਦੂਜਿਆਂ ਨੂੰ ਇਹ ਚੀਜ਼ ਸਮਝਾਏ, ਤਾਂ ਗੁਰੂ ਜੀ ਕਹਿੰਦੇ ਨੇ ਮੈਂ ਉਸ ਮਨੁੱਖ ਦਾ ਦਾਸ ਹਾਂ, ਉਹਦਾ ਮੈਂ ਸੇਵਕ ਹਾਂ। ਉਹ ਮਨੁੱਖ ਮਹਾਨ ਹੈ। ਹੁਣ ਅਗੰਮ ਅਗੋਚਰ ਆਪਾਂ ਇਹਦੇ ਬਾਰੇ ਪਹਿਲਾਂ ਕਈ ਵਾਰ ਵਿਚਾਰ ਕਰ ਚੁੱਕੇ ਹਾਂ, ਕਿਉਂਕਿ ਸ਼ਬਦਾਵਲੀ ਆ ਰਹੀ ਹੈ, ਅਸੀਂ ਦੁਬਾਰਾ ਵਿਚਾਰ ਕਰ ਲਈਏ, ਜਿਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਦੀ ਸਮਝ ਪੈ ਜਾਏ ਔਰ ਅਸੀਂ ਇਹਨਾਂ ਚੀਜ਼ਾਂ ਤੋਂ ਲਾਭ ਲੈ ਸਕੀਏ। ਦੇਖੋ, ਰੱਬ ਸਾਡੇ ਸਾਰਿਆਂ ਦੇ ਅੰਦਰ ਹੈ, ਇਹ ਅਸੀਂ ਸਾਰੇ ਚੰਗੀ ਤਰ੍ਹਾਂ ਸਮਝਦੇ ਹਾਂ। ਬਾਣੀ ਸਾਨੂੰ ਸਮਝਾਉਂਦੀ ਹੈ, ਘਟ ਘਟ ਮੈਂ ਹਰ ਜੂ ਬਸੈ। ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ, ਸਾਰਿਆਂ ਦੇ ਵਿੱਚ ਰੱਬ ਹੈ। ਔਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮਨੁੱਖ ਦੀ ਜ਼ਿੰਦਗੀ ਦਾ ਜੇ ਕੋਈ ਸਭ ਤੋਂ ਵੱਡਾ ਦੁੱਖ ਵਾਲਾ ਪਾਸਾ ਹੈ ਨਾ, ਦੁਖਾਂਤ ਹੈ, ਕੋਈ ਟ੍ਰੈਜਡੀ ਹੈ ਦੁਨੀਆ ਦੀ, ਮਨੁੱਖ ਦੀ ਜੀਵਨ ਦੀ ਸਭ ਤੋਂ ਵੱਡੀ, ਤਾਂ ਸਭ ਤੋਂ ਵੱਡੀ ਟ੍ਰੈਜਡੀ ਇਹ ਹੈ ਕਿ ਰੱਬ ਮੇਰੇ ਅੰਦਰ ਵਸ ਰਿਹਾ ਹੈ, ਤੁਹਾਡੇ ਅੰਦਰ ਵੀ ਵਸ ਰਿਹਾ ਹੈ, ਜਲ ਥਲ ਮਹੀਲ ਦੇ ਅੰਦਰ ਰਮਿਆ ਹੋਇਆ, ਪਰ ਮੈਨੂੰ ਦਿਸ ਨਹੀਂ ਰਿਹਾ। ਇਹ ਸਭ ਤੋਂ ਵੱਡਾ ਦੁਖਾਂਤ ਹੈ। 12 ਮਾਹ ਚ ਅਸੀਂ ਪੜ੍ਹਦੇ ਹਾਂ ਨਾ, ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ, ਸੋ ਪ੍ਰਭ ਚਿਤ ਨਾ ਆਵਈ, ਕਿਤੜਾ ਦੁੱਖ ਗਣਾ। ਕਿਤੜਾ ਦੁੱਖ ਗਣਾ ਦਾ ਮਤਲਬ ਕਿੱਡੇ ਵੱਡੇ ਦੁੱਖ ਦੀ ਗੱਲ ਹੈ ਕਿ ਜਿਹੜਾ ਰੱਬ ਜਲਾਂ ਵਿੱਚ, ਥਲਾਂ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ, ਵਨਸਪਤੀ, ਮਨੁੱਖ ਮਾਤਰ, ਜੀਵ ਜਨਤਾ ਦੇ ਅੰਦਰ ਸਮਾਇਆ ਹੋਵੇ ਤੇ ਉਹ ਇਹਦੇ ਚਿੱਤ ਵਿੱਚ ਹੀ ਨਾ ਹੋਵੇ, ਉਹਨੂੰ ਦਿਸੇ ਹੀ ਨਾ, ਇਸ ਤੋਂ ਵੱਡੀ ਦੁੱਖ ਵਾਲੀ ਗੱਲ ਕੀ ਹੋ ਸਕਦੀ ਹੈ? ਇਸ ਤੋਂ ਵੱਡਾ ਦੁਖਾਂਤ ਹੋਰ ਕੀ ਹੋ ਸਕਦਾ? ਤਾਂ ਇਸ ਦੁਨੀਆ ਵਿੱਚ ਸਭ ਤੋਂ ਮਹਾਨ ਵਿਅਕਤੀ ਕੌਣ ਹੋਵੇਗਾ? ਜੋ ਆਪ ਵੀ ਇਸ ਚੀਜ਼ ਨੂੰ ਅਨੁਭਵ ਕਰੇ ਔਰ ਦੂਜਿਆਂ ਨੂੰ ਅਨੁਭਵ ਕਰਾ ਦੇਵੇ। ਹੁਣ ਸਾਡੇ ਤੋਂ ਉਹ ਅਗੰਮ ਅਗੋਚਰ ਕਿਉਂ ਹੈ? ਮੇਰੇ ਤੋਂ ਦੂਰ ਕਿਉਂ ਹੈ? ਮੇਰੇ ਤੋਂ ਅਗੰਮ ਕਿਉਂ ਹੈ, ਜਦੋਂ ਕਿ ਮੇਰੇ ਅੰਦਰ ਵਸ ਰਿਹਾ ਹੈ? ਸਭੈ ਕਟ ਰਾਮ ਬੋਲੇ। ਤਾਂ ਮੇਰੇ ਪਹੁੰਚ ਤੋਂ, ਪਕੜ ਤੋਂ ਪਰੇ ਕਿਉਂ ਹੈ? ਉਹਦਾ ਰੀਜਨ ਸਿਰਫ ਇੰਨਾ ਹੈ ਕਿ ਰੱਬ ਨਹੀਂ ਉਹਦਾ ਕਾਰਨ, ਉਹਦਾ ਕਾਰਨ ਮੈਂ ਹਾਂ, ਕਿਉਂਕਿ ਮੈਂ ਉਹਦੇ ਨਾਲ ਜੁੜਨਾ ਹੀ ਨਹੀਂ ਚਾਹੁੰਦਾ। ਸੱਚ ਮੇਰੇ ਅੰਦਰ ਹੈ, ਪਰ ਮੈਂ ਸੱਚ ਬੋਲਣਾ ਨਹੀਂ ਚਾਹੁੰਦਾ। ਤਾਂ ਮੇਰੇ ਤੋਂ ਅਪਹੁੰਚ ਹੀ ਹੋਇਆ ਨਾ, ਨੇੜੇ ਹੁੰਦਾ ਵੀ ਅਪਹੁੰਚ ਹੋਇਆ। ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਗੁਰਦੁਆਰਾ ਸਾਹਿਬ ਲੰਗਰ ਪ੍ਰਸ਼ਾਦਾ ਬਣਿਆ ਹੈ, ਪ੍ਰਬੰਧਕ ਵੀਰਾਂ ਨੇ ਅਨਾਉਂਸ ਕਰਾਈ ਹੈ ਕਿ ਸਾਰੀਆਂ ਸੰਗਤਾਂ ਲੰਗਰ ਪਾਣੀ ਛਕ ਕੇ ਜਾਣਾ। ਲੰਗਰ ਵੀ ਤਿਆਰ ਹੈ, ਬੇਨਤੀ ਵੀ ਕੀਤੀ ਜਾ ਰਹੀ ਹੈ।
ਲੰਗਰ ਹਾਲ ਦੇ ਅੰਦਰ ਸੇਵਕ ਵੀ ਸੇਵਾਦਾਰ ਪ੍ਰਸ਼ਾਦਾ ਪਾਣੀ ਵਰਤਾਨ ਲਈ ਤਿਆਰ ਨੇ। ਤੁਹਾਡੇ ਝੂਠੇ ਬਰਤਨ ਮਾਂਜਣ ਵਾਲੇ ਸੇਵਾਦਾਰ ਵੀ ਤਿਆਰ ਨੇ। ਲੇਕਿਨ ਜੇ ਕੋਈ ਬੰਦਾ ਕਵੇ ਕਿ ਮੈਂ ਤਾਂ ਲੰਗਰ ਛਕਣਾ ਹੀ ਨਹੀਂ, ਲੰਗਰ ਦੇ ਵਿੱਚ ਬੈਠਾ ਵੀ ਨਾ ਛਕੇ, ਤਾਂ ਉਹਦੇ ਤੋਂ ਤੇ ਅਪਹੁੰਚ ਹੀ ਹੋਇਆ ਨਾ, ਕਿਉਂਕਿ ਉਹ ਛਕ ਨਹੀਂ ਰਿਹਾ ਨਾ। ਤਾਂ ਰੱਬ ਤੇ ਸਾਡੇ ਅੰਦਰ ਹੈ, ਪਰ ਅਸੀਂ ਰੱਬ ਨਾਲ ਜੁੜਨਾ ਹੀ ਨਹੀਂ ਚਾਹੁੰਦੇ। ਸਾਡੇ ਤੋਂ ਤੇ ਅਪਹੁੰਚ ਹੀ ਹੈ ਨਾ। ਸਾਡੇ ਅੰਦਰ ਪ੍ਰੇਮ ਹੈ, ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਵਿੱਚ ਪ੍ਰੇਮ ਨਹੀਂ। ਅਸੀਂ ਆਪਣੇ ਬੱਚਿਆਂ ਨਾਲ ਪ੍ਰੇਮ ਕਰਦੇ ਹਾਂ ਨਾ, ਪਰ ਗੁਆਂਢੀਆਂ ਨਾਲ ਨਹੀਂ ਕਰਦੇ, ਜਾਂ ਆਪਣੇ ਘਰਦਿਆਂ ਨਾਲ ਵੀ ਨਹੀਂ ਕਰਦੇ। ਪ੍ਰੇਮ ਤੇ ਅੰਦਰ ਹੈ, ਪਰ ਅਸੀਂ ਪ੍ਰੇਮ ਨੂੰ ਯੂਜ਼ ਨਹੀਂ ਕਰ ਰਹੇ। ਪਰਿਵਾਰ ਦੇ ਮੈਂਬਰ, ਸੱਚ ਤੇ ਸਾਡੇ ਅੰਦਰ ਹੈ, ਹਰ ਮਨੁੱਖ ਦੇ ਵਿੱਚ ਹੈ, ਪਰ ਸੱਚ ਬੰਦਾ ਬੋਲ ਨਹੀਂ ਰਿਹਾ, ਉਹਦੇ ਤੋਂ ਅਪਹੁੰਚ ਹੀ ਹੋਇਆ ਨਾ। ਤਾਂ ਨੇੜੇ ਹੁੰਦਾ ਹੋਇਆ ਵੀ ਰੱਬ ਸਾਡੇ ਤੋਂ ਅਪਹੁੰਚ ਹੈ, ਅਸੀਂ ਉਹਦੇ ਨਾਲ ਜੁੜੇ ਹੋਏ ਨਹੀਂ ਹਾਂ। ਸਾਡੇ ਸਾਰਿਆਂ ਦੇ ਵਿੱਚ ਰੱਬ ਹੁੰਦਾ ਵੀ ਅਸੀਂ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਦੇ, ਅਪਹੁੰਚ ਹੋ ਗਿਆ ਨਾ। ਤਾਂ ਗੁਰੂ ਜੀ ਕਹਿੰਦੇ ਨੇ ਮੈਂ ਉਸ ਮਨੁੱਖ ਦਾ ਦਾਸ ਹਾਂ, ਉਹਦਾ ਮੈਂ ਸੇਵਕ ਹਾਂ, ਜਿਹੜਾ ਉਸ ਰੱਬ ਨੂੰ ਆਪ ਵੀ ਵੇਖੇ ਤੇ ਦੂਜਿਆਂ ਨੂੰ ਵੀ ਵਿਖਾਏ, ਆਪ ਵੀ ਮਹਿਸੂਸ ਕਰੇ, ਆਪ ਵੀ ਐਸੀ ਜ਼ਿੰਦਗੀ ਜੀਵੇ ਤੇ ਦੂਜਿਆਂ ਨੂੰ ਵੀ ਐਸੀ ਜ਼ਿੰਦਗੀ ਦੇਣ ਦਾ, ਜੀਣ ਦਾ ਉਪਦੇਸ਼ ਦੇਵੇ। ਪਰ ਯੋਗੀ ਜਿਹੜੇ ਨੇ, ਜਿਨ੍ਹਾਂ ਨਾਲ ਗੋਸ਼ਟ ਹੋ ਰਹੀ ਹੈ, ਉਹ ਤੇ ਦੁਨੀਆ ਨੂੰ ਛੱਡ ਕੇ ਭੱਜ ਗਏ ਨੇ, ਪਹਿਲੀ ਗੱਲ। ਫਿਰ ਦੁਨੀਆ ਨਾਲੋਂ ਆਪਣੇ ਆਪ ਨੂੰ ਉੱਚਾ ਸਮਝ ਰਹੇ ਨੇ ਤੇ ਸਮਾਜ ਨੂੰ ਨੀਵਾਂ ਸਮਝ ਰਹੇ ਨੇ। ਜੁੜਨਾ ਤੇ ਰੱਬ ਦੇ ਨਾਲ ਸੀ, ਰੱਬ ਤੇ ਹਰ ਇੱਕ ਦੇ ਵਿੱਚ ਸੀ, ਤੇ ਉਹ ਦੂਜਿਆਂ ਨੂੰ ਨੀਵਾਂ ਉਹਨਾਂ ਨੇ ਸਮਝਣਾ ਸ਼ੁਰੂ ਕਰ ਦਿੱਤਾ। ਦੇਖੋ, ਇੱਕ ਬੜੀ ਵੱਡੀ ਇੱਕ ਚਾਲ ਹੈ, ਬੜੀ ਵੱਡੀ ਚਲਾਕੀ ਹੈ। ਸਭ ਤੋਂ ਪਹਿਲਾਂ ਇਹ ਚੀਜ਼ ਪ੍ਰਚਾਰੀ ਗਈ ਕਿ ਸੰਸਾਰ ਦਾ, ਗ੍ਰਸਤ ਦਾ ਤਿਆਗ ਕਰਨਾ ਬੜਾ ਔਖਾ ਹੈ, ਬੜਾ ਔਖਾ ਹੈ। ਇਹ ਚੀਜ਼ ਪ੍ਰਚਾਰੀ ਗਈ, ਤੇ ਜਿਹੜੀ ਚੀਜ਼ ਬਾਰ-ਬਾਰ ਕਹੀ ਜਾਏ, ਉਹ ਸਾਡੇ ਦਿਮਾਗ ਵਿੱਚ ਵੜ ਜਾਂਦੀ ਹੈ, ਅਸੀਂ ਉਹਨੂੰ ਸੱਚ ਮੰਨ ਲੈਂਦੇ ਹਾਂ। ਇੱਕ ਝੂਠ ਨੂੰ 100 ਵਾਰੀ ਬੋਲੋ ਤਾਂ ਝੂਠ ਵੀ ਸੱਚ ਲੱਗਣ ਲੱਗ ਜਾਂਦਾ। ਜਦੋਂ ਇਹ ਚੀਜ਼ ਬਾਰ-ਬਾਰ ਪ੍ਰਚਾਰੀ ਗਈ ਕਿ ਤਿਆਗ ਜਿਹੜਾ ਹੈ, ਆ ਮਾਇਆ ਵਗੈਰਾ ਜਿਹਨੂੰ ਤਿਆਗ ਕਹਿੰਦੇ ਨੇ, ਬੜਾ ਔਖਾ ਹੈ, ਤੇ ਅਸੀਂ ਮੰਨ ਲਿਆ ਹਾਂ ਬਈ ਯਾਰ ਵਾਸਤਵ 'ਚ ਹੀ ਔਖਾ ਹੈ। ਫਿਰ ਦੂਜੀ ਗੱਲ ਇਹ ਪ੍ਰਚਾਰੀ ਗਈ ਕਿ ਅਸੀਂ ਦੁਨੀਆ ਦਾ ਤਿਆਗ ਕੀਤਾ ਹੈ, ਅਸੀਂ ਬਹੁਤ ਮਹਾਨ ਹਾਂ ਕਿਉਂਕਿ ਅਸੀਂ ਔਖਾ ਕੰਮ ਕੀਤਾ ਹੈ, ਕਿਉਂਕਿ ਔਖੇ ਕੰਮ ਕਰਨ ਵਾਲੇ ਨੂੰ ਮਹਾਨ ਹੀ ਹੋਇਆ ਨਾ। ਸਾਡੇ ਤੋਂ ਜਿਹੜਾ ਤੁਹਾਡੇ ਤੋਂ ਕੰਮ ਨਹੀਂ ਹੁੰਦਾ, ਮੈਂ ਕਰ ਲਿਆ, ਮੈਂ ਮਹਾਨ ਹਾਂ। ਫਿਰ ਇਹ ਗੱਲ ਪ੍ਰਚਾਰੀ ਗਈ ਕਿ ਮਾਇਆ ਜਿਹੜਾ ਗ੍ਰਸਤ ਵਗੈਰਾ ਹੈ, ਇਹਨੂੰ ਤਿਆਗਣ ਵਾਲਾ ਬੰਦਾ ਬੜਾ ਮਹਾਨ ਹੁੰਦਾ ਹੈ, ਬੜਾ ਮਹਾਨ ਹੁੰਦਾ ਹੈ। ਤੇ 100 ਵਾਰ ਬੋਲਿਆ ਝੂਠ ਸੱਚ ਪ੍ਰਤੀਤ ਹੁੰਦਾ ਹੈ, ਅਸੀਂ ਇਹ ਵੀ ਮੰਨ ਲਿਆ ਕਿ ਹਾਂ ਮਹਾਨ ਹੁੰਦਾ ਹੈ। ਹੁਣ ਤਿਆਗ ਵਾਲੇ ਬਾਬੇ ਹੋ ਗਏ ਮਹਾਨ, ਤੇ ਅਸੀਂ ਗ੍ਰਸਤੀ ਹੋ ਗਏ ਨੀਵੇਂ। ਜਦੋਂ ਇਹ ਗੱਲ ਪ੍ਰਚਾਰੀ ਗਈ ਤੇ ਬਾਬਿਆਂ ਨੇ ਵੇਖ ਲਿਆ ਵੀ ਹਾਂ ਇਹ ਗੱਲ ਬਿਲਕੁਲ ਲੋਕਾਂ ਨੇ ਮੰਨ ਲਈ ਹੈ ਵੀ ਅਸੀਂ ਮਹਾਨ ਆ ਤੇ ਉਹ ਨੀਵੇਂ ਨੇ, ਤੇ ਹੁਣ ਅਗਲਾ ਸਟੈਪ ਐ ਸੀ ਵੀ ਨੀਵਿਆਂ ਦਾ ਫਰਜ਼ ਬਣਦਾ ਹੈ ਜਿਹੜੇ ਮਹਾਨ ਬੰਦੇ ਨੇ ਉਹਨਾਂ ਦੀ ਸੇਵਾ ਕਰਨ। ਮਹਾਨ ਬੰਦਿਆਂ ਦੀ ਸੇਵਾ ਕਰਨੀ ਬੜਾ ਪੁੰਨ ਦਾ ਕੰਮ ਹੈ, ਤੇ 100 ਵਾਰੀ ਬੋਲਿਆ ਝੂਠ ਸੱਚ ਪ੍ਰਤੀਤ ਹੁੰਦਾ ਹੈ। ਪਰ ਅਸੀਂ ਇਹ ਚੀਜ਼ ਨੂੰ ਵੀ ਮੰਨ ਲਿਆ ਕਿ ਜਿਹੜੇ ਮਹਾਨ ਨੇ ਉਹਨਾਂ ਦੀ ਸੇਵਾ ਕਰਨਾ ਮਹਾਨ ਹੁੰਦਾ, ਪੁੰਨ ਹੁੰਦਾ। ਅਸੀਂ ਉਹ ਪੁੰਨ ਕਰਨਾ ਸ਼ੁਰੂ ਕਰ ਦਿੱਤਾ ਤੇ ਸਾਡਾ ਆਰਥਿਕ ਔਰ ਮਾਨਸਿਕ ਸ਼ੋਸ਼ਣ ਸ਼ੁਰੂ ਹੋ ਗਿਆ। ਤੇ ਗੁਰੂ ਸਾਹਿਬ ਜੋਗੀਆਂ ਨੂੰ ਕਹਿ ਰਹੇ ਨੇ, ਪਿਆਰਿਓ ਕੋਈ ਵੱਡਾ ਛੋਟਾ ਨਹੀਂ ਹੈ, ਵੱਡਾ ਤੇ ਉਹ ਜਿਹੜਾ ਵੱਡੇ ਦੇ ਨਾਲ ਜੁੜ ਜਾਏ। ਮੈਂ ਤੇ ਉਹਦਾ ਦਾਸ ਹਾਂ, ਉਹਦਾ ਮੈਂ ਸੇਵਕ ਹਾਂ, ਉਹਦਾ ਮੈਂ ਆਦਰ ਸਤਿਕਾਰ ਕਰਨਾ ਜੋ ਮਨੁੱਖਤਾ ਦੇ ਅੰਦਰ ਵਸਦੇ ਹੋਏ ਰੱਬ ਨੂੰ ਆਪ ਵੇਖ ਕੇ ਤੇ ਦੂਜਿਆਂ ਨੂੰ ਵੀ ਵਿਖਾਵੇ ਉਹ ਜੀਵਨ। ਇਹ ਗੱਲ ਸਾਨੂੰ ਸਮਝਣ ਦੀ ਜ਼ਰੂਰਤ ਹੈ। ਔਰ ਜੋਗੀਆਂ ਨੇ ਸਿਰਫ ਰੂਪ ਬਦਲਿਆ ਹੈ। ਉਦੋਂ ਜਟਾਵਾਂ ਸਨ, ਕੰਨਾਂ ਵਿੱਚ ਮੁੰਦਰਾਂ ਸਨ, ਜਾਂ ਆਪਣਾ ਉਹਨਾਂ ਦਾ ਵੱਖਰਾ ਲੰਗੋਟ ਵਗੈਰਾ ਦਾ ਸੀ ਰੂਪ। ਅੱਜ ਰੂਪ ਬਦਲਿਆ ਹੈ, ਤੇ ਉਹੀ ਯੋਗੀ ਸਾਡੇ ਸਿਰ ਤੇ ਵੀ ਬਾਬੇ ਬਣ ਕੇ ਬਹੁਤੇ ਥਾਵਾਂ ਤੇ ਬਹਿ ਗਏ ਨੇ। ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ। ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਕਾ ਦਾਸੋ। ਹੁਣ ਅੱਗੇ ਫਿਰ ਸਵਾਲ ਕਰ ਰਹੇ ਨੇ, ਸੁਣ ਸੁਆਮੀ ਅਰਦਾਸ ਹਮਾਰੀ, ਪੁੱਛੋ ਸਾਚ ਵਿਚਾਰੋ। ਚਰਪਟ ਜੋਗੀ ਪ੍ਰਸ਼ਨ ਕਰ ਰਿਹਾ ਹੈ ਕਿ हे ਸੁਆਮੀ ਮੇਰੀ ਬੇਨਤੀ ਸੁਣ, ਮੈਂ ਸਹੀ ਪੁੱਛਦਾ ਹਾਂ। ਸਾਚ ਵਿਚਾਰੋ ਦਾ ਮਤਲਬ ਸੱਚ ਵਿਚਾਰ ਪੁੱਛਦਾ ਹਾਂ। ਸੁਣ ਸੁਆਮੀ ਅਰਦਾਸ ਹਮਾਰੀ,
पूछो साच विचारो। मैं सही पुछदा हां, ਤੈਨੂੰ ਬੇਨਤੀ ਅਸੀਂ ਕਰਦੇ ਹਾਂ ਔਰ ਸੱਚੀ ਰਾਏ ਪੁੱਛਦੇ ਹਾਂ, ਤੁਹਾਡਾ ਵਿਚਾਰ ਪੁੱਛਦੇ ਹਾਂ। ਰੋਸ ਨਾ ਕੀਜੈ, ਇੱਥੇ ਵਿਸਰਾਮ ਲਗਾਵਾਂਗੇ। ਉੱਤਰ ਦੀਜੈ, ਕਿਉਂ ਪਾਈਐ ਗੁਰਦੁਆਰੋ। ਗੁੱਸਾ ਨਾ ਕਰਨਾ, ਉੱਤਰ ਦੇਣਾ ਕਿ ਗੁਰੂ ਦਾ ਦਰ ਪ੍ਰਾਪਤ ਕਿਵੇਂ ਹੁੰਦਾ ਹੈ। ਸਾਨੂੰ ਇਹ ਕਿਵੇਂ ਸਮਝ ਲੱਗੇ ਕਿ ਅਸੀਂ ਗੁਰੂ ਵਾਲੇ ਬਣ ਗਏ ਹਾਂ, ਅਸੀਂ ਗੁਰੂ ਨੂੰ ਪਾ ਲਿਆ, ਗੁਰੂ ਦੇ ਨਾਲ ਜੁੜ ਗਏ ਹਾਂ। ਔਰ ਇਹ ਬੜਾ ਮਹਾਨ ਸਵਾਲ ਹੈ, ਸਾਰੀ ਮਨੁੱਖਤਾ ਵਾਸਤੇ ਹੈ। ਕਿਉਂਕਿ ਆਮ ਬੰਦਾ ਗੁਰੂ ਦੇ ਨਾਲ ਜੁੜਿਆ ਹੋਇਆ ਨਾ, ਜੇ ਝਾਡੀ ਗੁਰੂਆਂ ਨੂੰ ਮੰਨਣ ਵਾਲੇ ਵੀਰ ਕਹਿੰਦੇ ਨੇ ਕਿ ਅਸੀਂ ਫਲਾਂ ਗੁਰੂ ਜੀ ਤੋਂ ਨਾਮ ਲਿਆ ਹੈ, ਅਸੀਂ ਫਲਾਂ ਗੁਰੂ ਜੀ ਨੂੰ ਜਾਂ ਬਾਬਾ ਜੀ ਨੂੰ ਮੰਨਦੇ ਹਾਂ। ਆਮ ਬੰਦਾ ਕਹਿੰਦਾ ਮੈਂ ਰੱਬ ਦੇ ਨਾਲ ਜੁੜਿਆ ਹੋਇਆ ਹਾਂ, ਮੈਂ ਗੁਰੂ ਦੇ ਨਾਲ ਜੁੜਿਆ ਹੋਇਆ ਹਾਂ, ਮੈਂ ਗੁਰੂ ਵਾਲਾ ਹਾਂ। ਆਮ ਲੋਕ ਕਹਿ ਰਹੇ ਨੇ ਨਾ, ਤਾਂ ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਅਸਲ ਦੇ ਅੰਦਰ ਗੁਰੂ ਦੇ ਨਾਲ ਜੁੜਿਆ ਹੋਇਆ ਬੰਦਾ ਕੌਣ ਹੈ। ਕਿਵੇਂ ਅਸੀਂ ਸਮਝੀਏ ਕਿ ਮੈਂ ਗੁਰੂ ਦੇ ਨਾਲ ਜੁੜ ਗਿਆ, ਇਹਦਾ ਸਾਨੂੰ ਪਤਾ ਕਿਵੇਂ ਲੱਗੇ ਕਿ ਮੈਂ ਗੁਰੂ ਦੇ ਨਾਲ ਜੁੜਿਆ ਹੋਇਆ ਹਾਂ, ਗੁਰੂ ਦੇ ਨਾਲ ਮੇਰੀ ਪ੍ਰੀਤ ਬਣ ਗਈ ਹੈ। ਇਹਦੀ ਸਮਝ ਸਾਨੂੰ ਕਿਵੇਂ ਆਏ। ਮੈਂ ਹੁਣ ਵਿਚਾਰ ਕਰ ਰਿਹਾ ਨਾ ਆਪ ਜੀ ਦੇ ਨਾਲ, ਲੇਕਿਨ ਮੈਨੂੰ ਕਿਵੇਂ ਸਮਝ ਆਇਆ ਕਿ ਮੈਂ ਗੁਰੂ ਦੇ ਨਾਲ ਜੁੜਿਆ ਕਿ ਨਹੀਂ ਜੁੜਿਆ। ਜ਼ਰੂਰੀ ਨਹੀਂ ਨਾ ਕਿ ਮੈਂ ਜੁੜਿਆ ਹੀ ਹੋਵਾਂ, ਮੈਂ ਸਮਝ ਰਿਹਾ ਹੋਵਾਂ ਕਿ ਮੈਂ ਜੁੜਿਆ ਹਾਂ, ਮੈਂ ਗੁਰੂ ਦੇ ਨਾਲ ਲੱਗ ਗਿਆ ਹਾਂ, ਗੁਰੂ ਨੂੰ ਮੈਂ ਪਾ ਲਿਆ ਹੈ, ਗੁਰੂ ਨਾਲ ਮੇਰੀ ਪ੍ਰੀਤ ਬਣ ਗਈ ਹੈ, ਮੈਂ ਕਹਿ ਰਿਹਾ ਹਾਂ, ਲੇਕਿਨ ਅਸਲੀਅਤ ਵਿੱਚ ਨਾ ਹੋਵਾਂ। ਅਸਲੀਅਤ ਕੁਝ ਹੋਰ ਹੋਵੇ, ਗੁਰੂ ਜੀ ਗੁਰੂ ਦੇ ਨਾਲ ਜੁੜੇ ਹੋਏ ਨੂੰ ਕੁਝ ਹੋਰ ਸਮਝਦੇ ਹੋਣ ਤੇ ਮੈਂ ਕੁਝ ਹੋਰ ਕਰਦਾ ਹੋਇਆ ਆਪਣੇ ਆਪ ਨੂੰ ਗੁਰੂ ਦੇ ਨਾਲ ਜੁੜਿਆ ਹੋਇਆ ਸਮਝਦਾ ਰਹਾਂ। ਗੁਰੂ ਜੀ ਧਰਮੀ ਕਿਸੇ ਹੋਰ ਨੂੰ ਕਹਿੰਦੇ ਹੋਣ ਤੇ ਮੈਂ ਕੁਝ ਹੋਰ ਕਰਮ ਕਰਕੇ ਆਪਣੇ ਆਪ ਨੂੰ ਧਰਮੀ ਸਮਝਦਾ ਰਹਾਂ। ਭੁਲੇਖੇ ਵਿੱਚ ਹੋ ਸਕਦਾ ਹਾਂ ਨਾ। ਔਰ ਆਮ ਬੰਦਾ ਭੁਲੇਖੇ ਦੇ ਅੰਦਰ ਜੀ ਰਿਹਾ ਹੈ। ਹੁਣ ਦੇਖੋ, ਸ਼ੰਕਾ ਉਹਨਾਂ ਜੋਗੀਆਂ ਦੇ ਵਿੱਚ ਵੀ ਹੈ। ਤਾਂ ਹੀ ਸ਼ੰਕਾ ਪੈਦਾ ਹੁੰਦੀ ਨਾ, ਕਿਤੇ ਸ਼ੱਕ ਹੁੰਦਾ ਹੀ ਹੈ ਨਾ, ਯਾਰ ਗੁਰੂ ਦੇ ਨਾਲ ਜੁੜਿਆ ਹੋਇਆ ਹੁੰਦਾ ਕਿ ਜੇ ਤੇ ਪਤਾ ਹੋਵੇ ਤੇ ਸਵਾਲ ਨਹੀਂ ਨਾ ਕਰਨਗੇ। ਤਾਂ ਗੁਰੂ ਜੀ ਨੂੰ ਕਹਿ ਰਹੇ ਨੇ, ਰੋਸ ਨਾ ਕੀਜੈ ਉੱਤਰ ਦੀਜੈ ਕਿਉਂ ਪਾਈਐ ਗੁਰਦੁਆਰੋ, ਕਿ ਗੁਰੂ ਨੂੰ ਕਿਵੇਂ ਪਾਇਆ ਜਾ ਸਕਦਾ ਹੈ, ਕਿਵੇਂ ਪਤਾ ਲੱਗੇ ਕਿ ਮੈਂ ਗੁਰੂ ਦੇ ਦਰ ਤੇ ਪ੍ਰਵਾਨ ਹੋ ਗਿਆ ਹਾਂ। ਇਹ ਚੀਜ਼। ਦੂਜੀ ਚੀਜ਼ ਇੱਥੋਂ ਸਾਡੇ ਵਾਸਤੇ ਜੋ ਨਿਕਲ ਰਹੀ ਹੈ ਕਿ ਜਦੋਂ ਅਸੀਂ ਇੱਕ ਦੂਜੇ ਨਾਲ ਵਿਚਾਰ ਤਾਂ ਇਹ ਪੰਕਤੀ ਸਾਨੂੰ ਯਾਦ ਚਾਹੀਦੀ, ਰੋਸ ਨਾ ਕੀਜੈ ਉੱਤਰ ਦੀਜੈ। ਰੋਸ ਨਹੀਂ ਕਰਨਾ, ਗੁੱਸਾ ਨਹੀਂ ਕਰਨਾ। ਵਿਚਾਰ ਦਾ ਮਤਲਬ ਵਿਚਾਰ ਵਟਾਂਦਰਾ ਹੁੰਦਾ। ਵਿਚਾਰ ਵਟਾਂਦਰੇ ਦਾ ਮਤਲਬ ਕਿ ਮੈਂ ਸਵਾਲ ਪੁੱਛਿਆ ਤੇ ਤੁਸੀਂ ਮੇਰੇ ਸਵਾਲ ਦਾ ਉੱਤਰ ਦੇਣਾ ਹੈ। ਮੇਰੇ ਤੇ ਥੋਪਣਾ ਨਹੀਂ ਵੀ ਡੰਡੇ ਨਾਲ ਮੇਰੇ ਤੇ ਥੋਪੋ, ਪਹਿਲੀ ਗੱਲ। ਤੇ ਦੂਜੀ ਗੱਲ ਇਹ ਵੀ ਗੁੱਸਾ ਵੀ ਨਹੀਂ ਕਰਨਾ ਵੀ ਸਵਾਲ ਪੁੱਛਿਆ ਕਿਉਂ ਹੈ, ਤੂੰ ਕੌਣ ਹੁੰਦਾ ਪੁੱਛਣ ਵਾਲਾ। ਇਹ ਨਹੀਂ। ਜੇ ਧਰਮ ਦੀ ਗੱਲ ਕਰਨੀ ਹੈ, ਰੱਬ ਦੀ ਗੱਲ ਕਰਨੀ ਹੈ, ਬਾਣੀ ਦੀ ਗੱਲ ਕਰਨੀ ਹੈ, ਤਾਂ ਸਾਨੂੰ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ। ਜੇ ਕੋਈ ਸਵਾਲ ਪੁੱਛਦਾ ਹੈ ਤੇ ਗੁੱਸਾ ਨਹੀਂ ਕਰਨਾ ਚਾਹੀਦਾ, ਧਰਮੇ ਦੇ ਨਾਲ ਉੱਤਰ ਦੇਣਾ ਚਾਹੀਦਾ ਹੈ। ਤੇ ਜੇ ਕਿਸੇ ਚੀਜ਼ ਦਾ ਨਹੀਂ ਪਤਾ, ਜਿਵੇਂ ਹੁਣ ਮੇਰੇ ਤੋਂ ਤੁਸੀਂ ਕੁਝ ਪੁੱਛੋ ਤਾਂ ਮੈਨੂੰ ਨਹੀਂ ਪਤਾ, ਤਾਂ ਮੈਂ ਕਹਿ ਦਿਆਂਗਾ ਵੀ ਮੈਨੂੰ ਨਹੀਂ ਪਤਾ। ਇਹਦੇ ਵਿੱਚ ਸ਼ਰਮ ਵਾਲੀ ਗੱਲ ਕਿਹੜੀ ਹੈ? ਕਿਉਂਕਿ ਹਰ ਬੰਦੇ ਨੂੰ ਹਰ ਚੀਜ਼ ਦਾ ਨਹੀਂ ਨਾ ਪਤਾ ਹੁੰਦਾ। ਗਲਤ ਇਨਫੋਰਮੇਸ਼ਨ ਨਾ ਦਿਓ, ਗਲਤ ਇਨਫੋਰਮੇਸ਼ਨ ਨਾ ਦਿਓ। ਜਿੰਨਾ ਪਤਾ ਹੈ ਉਹਨਾਂ ਦੱਸ ਦਿਓ ਕਿ ਮੈਨੂੰ ਇਹ ਪਤਾ ਹੈ। ਕਿਉਂਕਿ ਸਾਡੀ ਗਲਤ ਇਨਫੋਰਮੇਸ਼ਨ ਕਿਸੇ ਬੰਦੇ ਨੂੰ ਗਲਤ ਰਾਹ ਤੇ ਪਾ ਦੇਵੇਗੀ, ਉਹਦੀ ਜ਼ਿੰਦਗੀ ਬਰਬਾਦ ਹੋਈ। ਤਾਂ ਗੁਰੂ ਜੀ ਤੋਂ ਪੁੱਛ ਰਹੇ ਨੇ, ਰੋਸ ਨਾ ਕੀਜੈ ਉੱਤਰ ਦੀਜੈ ਕਿਉਂ ਪਾਈਏ ਗੁਰਦੁਆਰੋ। ਤੁਸਾਂ ਕਿਹਾ ਹੈ ਕਿ ਅਸੀਂ ਗੁਰੂ ਦੀ ਮੱਤ ਨੂੰ ਪਾ ਲਿਆ ਹੈ, ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਰੱਬ ਵਿੱਚ ਸਮਾਇਆ ਜਾ ਸਕਦਾ ਹੈ, ਦੁਤਰ ਸਾਗਰ ਨੂੰ ਤਰਿਆ ਜਾ ਸਕਦਾ ਹੈ। ਪਰ ਹੇ ਪਾਤਸ਼ਾਹ, ਰੋਸ ਨਾ ਕਰਨਾ, ਗੁੱਸਾ ਨਾ ਕਰਨਾ, ਸਾਨੂੰ ਇਹ ਉੱਤਰ ਦਿਓ ਕਿ ਗੁਰੂ ਸਾਨੂੰ ਪ੍ਰਾਪਤ ਹੋ ਗਿਆ ਹੈ, ਅਸੀਂ ਗੁਰੂ ਦੇ ਦਰ ਨਾਲ ਜੁੜ ਗਏ ਹਾਂ, ਇਹਦਾ ਪਤਾ ਕਿਵੇਂ ਲੱਗੇ। ਇਹ ਵਿਚਾਰ ਅਸੀਂ ਕੱਲ ਦੀ ਕਲਾਸ ਦੇ ਵਿੱਚ ਵਿਚਾਰਨ ਦੀ ਟਰਾਈ ਕਰਾਂਗੇ। ਅੱਜ ਦੀ ਜੋ ਵਿਚਾਰ ਸੀ, ਇਹਦੇ ਵਿੱਚ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਕਰਨਾ ਹੋਵੇ ਤਾਂ ਉਹ ਸਵਾਲ ਕਰ ਸਕਦਾ ਹੈ। ਤੇ ਜੇ ਆਪ ਕੋਈ ਆਪਣੇ ਵਿਊਜ਼ ਦੇਣੇ ਚਾਹੋ ਤਾਂ ਆਪਣੇ ਵਿਊਜ਼ ਦੇ ਸਕਦੇ ਹੋ। ਵੀਰ ਤਰਲੋਚਨ ਸਿੰਘ ਜੀ ਹੁਣ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨ। ਫੇਸਬੁੱਕ ਤੇ ਜਿਹੜੇ ਮੇਰੇ ਵੀਰ ਔਰ ਭੈਣਾਂ ਸਰਵਣ ਕਰ ਰਹੇ ਨੇ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਧੰਨਵਾਦ ਜੀ ਗਿਆਨੀ ਜੀ, ਬਹੁਤ ਬਹੁਤ ਹਮੇਸ਼ਾ ਦੀ ਤਰ੍ਹਾਂ ਆਪ ਜੀ ਦਾ। ਤੇ ਜਿੱਦਾਂ ਆਪ ਜੀ ਨੇ ਸੁਣੀ ਲਿਆ ਜੀ ਅੱਜ ਦੀ ਕਥਾ, ਤੇ ਉਹਦੇ ਵਿੱਚੋਂ ਕੋਈ ਵੀ ਵਿਚਾਰ ਦੇਣਾ ਤਾਂ ਤੁਸੀਂ ਅਨਮਿਊਟ ਹੋ। ਸਾਡੇ ਨਾਲ 2 ਜਣੇ ਅਨਮਿਊਟ ਹੋਏ ਜੀ ਸੋ ਫਾਰ, ਤੇ ਹੋਰਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਕੋਈ ਸਲਾਹ ਮਸ਼ਵਰਾ ਜੋ ਵੀ ਤੁਸੀਂ ਵਿਚਾਰ ਕਰਨੇ ਆ ਤੁਸੀਂ ਆ ਜਾਓ। ਤੇ ਦਵਿੰਦਰ ਸਿੰਘ ਤੂਰ, ਤੁਸੀਂ ਪਹਿਲਾਂ ਆਏ ਆ ਜੀ, ਤੁਸੀਂ ਗੱਲ ਕਰੋ। ਹਾਂਜੀ ਹਾਂਜੀ ਗਿਆਨੀ ਜੀ, ਹਾਂਜੀ ਇੱਕ ਬਹੁਤ ਸ਼ਾਰਟ ਜਿਹੀ, ਜਿਵੇਂ ਆਪਾਂ ਵੀ ਪੌੜੀਆਂ ਜਾਂ ਸ਼ਲੋਕ, ਜਿੱਦਾਂ ਪਹਿਲਾਂ ਭੈਣ ਜੀ ਨੇ ਕਿਹਾ ਸੀਗਾ ਵੀ ਕਿਹੜਾ ਸ਼ਲੋਕ ਹੈ, ਪਰ ਇਹਨੂੰ ਹੈ ਕਹਿੰਦੇ ਪੌੜੀਆਂ। ਇਹਦੇ ਵਿੱਚ ਜੋ ਡਿਫਰੈਂਸ, ਥੋੜਾ ਜਿਹਾ ਡਿਫਰੈਂਸ ਹੈ, ਉਹ ਪਲੀਜ਼ ਦੱਸ ਦਿਓ ਪਲੀਜ਼। ਬਾਕੀ ਦੂਸਰੀ ਗੱਲ ਹੈ, ਜਿੱਦਾਂ ਬੀਬੀ ਸੁਰਜੀਤ ਕੌਰ ਟੂਰ ਨੇ ਆਪਣੀ ਸਲਾਹ ਦਿੱਤੀ ਸੀ ਵੀ 6-7 ਲੈਸਨਾਂ ਮਗਰੋਂ ਤੁਸੀਂ ਸਾਡਾ ਟੈਸਟ ਲਿਆ ਕਰੋ, ਜਾਂ ਮਤਲਬ ਥੋੜੀ, ਇਹ ਬਹੁਤ ਚੰਗੀ ਗੱਲ ਹੈ ਜੀ। ਜਿਵੇਂ ਹੁਣ 77 ਪੌੜੀਆਂ ਸਾਰੀਆਂ ਓਲਡ ਟੂਗੈਦਰ ਹੈਗੀਆਂ, 30-35 ਪੌੜੀਆਂ ਕਰਨ ਤੋਂ ਬਾਅਦ ਤੁਸੀਂ ਸਾਨੂੰ 10-12 ਕੁਐਸਚਨ ਲਿਖਾ ਦਿਓ, ਉਹਦਾ ਅਸੀਂ ਜਵਾਬ ਦੂ ਇਸ ਦਿਨ 20-25 ਮਿੰਟ ਦੇ ਸਕਦੇ ਹਾਂ। ਧੰਨਵਾਦ। ਧੰਨਵਾਦ। ਤੇ ਜਿਹੜਾ ਸ਼ਲੋਕ ਔਰ ਪੌੜੀਆਂ ਕਿਹਾ ਸੀ ਵੀਰ ਜੀ, ਜਿਹੜੀਆਂ ਨਾ ਆਪਣਾ ਇਹਦੇ ਵਿੱਚ ਸਿੱਧ ਗੋਸ਼ਟ ਦੇ ਵਿੱਚ, ਇਹਨਾਂ ਨੂੰ ਅਸੀਂ ਪਦ ਕਵਾਂਗੇ ਕਿ ਕਿੰਨੇ ਪਦ ਨੇ ਨਾ। ਠੀਕ ਹੈ ਜੀ। ਹਾਂਜੀ, ਜਿਵੇਂ ਸ਼ਬਦ ਨਹੀਂ ਹੁੰਦਾ ਅਸ਼ਟਪਦੀ। ਹਾਂਜੀ ਅਸ਼ਟਪਦੀ ਦਾ ਮਤਲਬ ਹੁੰਦਾ 8 ਪਦਾਂ ਵਾਲੀ। ਬੰਦ ਵੀ ਕਹਿ ਸਕਦੇ ਆ, ਪਦ ਵੀ ਕਹਿ ਸਕਦੇ ਆ, ਪਰ ਪਦ ਸ਼ਬਦ ਜ਼ਿਆਦਾ ਚੰਗਾ ਹੈ। ਜਿਵੇਂ ਅਸ਼ਟਪਦੀ 8 ਪਦਾਂ ਵਾਲੀ। ਚੌਪਦੇ ਦਾ ਮਤਲਬ ਜਿਹੜੇ ਸ਼ਬਦ ਵਿੱਚ 4 ਪਦੇ ਹੋਣ। ਦੁਪਦੇ ਦਾ ਮਤਲਬ ਜਿਸ ਦੇ ਵਿੱਚ 2 ਪਦੇ ਹੋਣ। ਤਿਪਦੇ ਦਾ ਮਤਲਬ ਜਿਸ ਵਿੱਚ 3 ਪਦੇ ਹੋਣ। ਠੀਕ ਹੈ, ਪਰ ਪੌੜੀ ਤੇ ਸ਼ਲੋਕ ਵਿੱਚ ਕਿੰਨਾ ਕੁ ਡਿਫਰੈਂਸ ਹੈ, ਕੀ ਇਹਦਾ ਡਿਫਰੈਂਸ ਪਲੀਜ਼? ਜੀ ਇਹਦੇ ਬਾਰੇ ਮੈਂ ਤੁਹਾਨੂੰ ਬਿਲਕੁਲ ਸਹੀ ਉਹ ਨਹੀਂ ਦੱਸ ਪਾਵਾਂਗਾ, ਕਿਉਂਕਿ ਇਹਦਾ ਨਾ ਇਹ ਹੁੰਦਾ ਕਾਵ ਦੇ ਨਾਲ, ਪਿੰਗਲ ਦੇ ਨਾਲ ਮਤਲਬ ਸੰਬੰਧ। ਜਿਨ੍ਹਾਂ ਨੇ ਐਮਏ ਦੀ ਤੇ ਉਹ ਪਿੰਗਲ ਪੜਿਆ ਹੋਵੇ, ਉਹ ਇਹਦਾ ਉੱਤਰ ਬਿਲਕੁਲ ਸਹੀ ਦੱਸ ਸਕਦੇ ਨੇ। ਠੀਕ ਹੈ ਕਿ ਜੀ। ਸ਼ਲੋਕ ਦੇ ਵਿੱਚ ਨਾ ਵਿਸਰਕ ਮਾਤਰਾ ਤੋਂ ਬਾਅਦ ਪਹਿਲੀ ਲਾਈਨ ਦੇ ਅੰਦਰ ਕਿੰਨੀਆਂ ਮਾਤਰਾ ਤੋਂ ਬਾਅਦ ਸ਼ਲੋਕ ਲਗਾਉਣਾ ਹੈ, ਵਿਸ਼ਰਾਮ ਲਗਾਉਣਾ ਹੈ, ਔਰ ਦੂਜੀ ਲਾਈਨ ਦੇ ਵਿੱਚ ਕਿੰਨੇ ਮਾਤਰਾ ਤੋਂ ਬਾਅਦ ਸ਼ਲੋਕ ਵਿਸ਼ਰਾਮ ਲਗਾਉਣਾ ਹੈ, ਸ਼ਲੋਕ ਬਣ ਜਾਏਗਾ। ਤੇ ਜੇ ਉਹਦੇ ਵਿੱਚ ਥੋੜਾ ਜਿਹਾ ਡਿਫਰੈਂਟ ਬਣਾ ਦਿੱਤਾ ਜਾਏ ਤੇ ਦੋਹਾ ਬਣ ਜਾਂਦਾ ਹੈ, ਔਰ ਕਿੰਨੀਆਂ ਮਾਤਰਾ ਤੋਂ ਬਾਅਦ ਵਿਸ਼ਰਾਮ ਲੱਗੇਗਾ ਫਿਰ ਪੌੜੀ ਬਣ ਜਾਂਦੀ ਹੈ। ਐਵੇਂ ਇਹ ਪਿੰਗਲ ਦੇ ਵਿੱਚ ਸਾਰਾ ਕੁਝ ਪੜਾਈ ਹੁੰਦੀ ਹੈ। ਧੰਨਵਾਦ ਜੀ। ਧੰਨਵਾਦ ਜੀ ਦਵਿੰਦਰ ਸਿੰਘ ਜੀ। ਤੇ ਨਾਲ ਸਾਡੇ ਹੈਗੀ ਮੋਹਣੀ ਜੀ, ਤੁਸੀਂ ਆਪਣਾ ਸਵਾਲ ਕਰੋ। ਤੇ ਗਿਆਨੀ ਜੀ, ਮੈਂ ਪੁੱਛਣਾ ਸੀ ਕਿ ਨਾਨਕ 2 ਜਗ੍ਹਾ ਲਿਖਿਆ ਹੋਇਆ, ਇੱਕ ਦੂਜੀ ਪਦੇ ਵਿੱਚ ਤੇ ਚੌਥੇ, ਇੱਕ ਥੱਲੇ ਅੰਕਰ ਲਗਾਈ ਹੋਈ ਹੈ ਕੱਕੇ ਦੇ ਥੱਲੇ, ਦੂਸਰੇ ਨਹੀਂ ਹੈ। ਇਹਨਾਂ ਦਾ ਕੋਈ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ, ਅਗਮ ਅਗੋਚਰ ਦੇਖ ਦਿਖਾਏ ਨਾਨਕ ਤੱਕ ਅਦਾਸੋ। ਇੱਥੇ ਔਂਕੜ ਆਇਆ ਨਾ ਨਾਨਕ ਦੇ ਕੱਕੇ ਥੱਲੇ। ਹਾਂਜੀ, ਇਹ ਨਾਨਕ ਸ਼ਬਦ ਜਿਹੜਾ ਕਰਤਾ ਕਾਰਕ ਹੈਗਾ। ਇੱਥੇ ਗੁਰੂ ਨਾਨਕ ਦੇਵ ਜੀ ਆਪਣੇ ਵਾਸਤੇ ਕਹਿ ਰਹੇ ਨੇ। ਜਿੱਥੇ ਗੁਰੂ ਨਾਨਕ ਦੇਵ ਜੀ ਆਪਣੇ ਵਾਸਤੇ ਕਹਿ ਰਹੇ ਨੇ, ਉੱਥੇ ਨਾਨਕ ਦੇ ਕੱਕੇ ਥੱਲੇ ਔਂਕੜ ਆਏਗਾ। ਜਿਵੇਂ ਨਾਨਕ ਨੀਚ ਕਹੇ ਵਿਚਾਰ, ਉੱਥੇ ਵੀ ਨਾਨਕ ਦੇ ਕੱਕੇ ਥੱਲੇ ਔਂਕੜ ਹੈ। ਤੇ ਜਿੱਥੇ ਨਾਨਕ ਦਾ ਕੱਕਾ ਮੁਕਤਾ ਹੋਏਗਾ, ਉਹਦਾ ਮਤਲਬ ਹੁੰਦਾ ਹੈ ਹੇ ਨਾਨਕ, ਯਾਨੀ ਕਵੀ ਦੀ ਮੋਹਰ ਛਾਪ ਹੈ ਸਿਰਫ। ਤੇ ਜਿੱਥੇ ਨਾਨਕ ਦੇ ਕੱਕੇ ਨਾਲ ਸਿਹਾਰੀ ਹੋਏਗੀ, ਉਹਦਾ ਮਤਲਬ ਹੋਏਗਾ ਨਾਨਕ ਨੇ, ਜਾਂ ਨਾਨਕ ਦੇ ਜ਼ਰੀਏ, ਜਾਂ ਨਾਨਕ ਵਿੱਚ। ਤਾਂ ਇੱਥੇ ਨਾਨਕ ਦੇ ਕੱਕੇ ਥੱਲੇ ਔਂਕੜ ਤਾਂ ਆਇਆ ਕਿਉਂਕਿ ਇਹ ਨਾਨਕ ਜਿਹੜਾ ਸ਼ਬਦ ਹੈ ਕਰਤਾ ਕਾਰਕ ਇੱਕ ਵਚਨ ਪੁਲਿੰਗ ਸ਼ਬਦ ਹੈ। ਮਤਲਬ ਨਾਨਕ ਜਿਹਦੇ ਥੱਲੇ ਨਹੀਂ ਹੈ, ਉਹ ਐਡਰੈਸ ਹੈ। ਵੀ ਆਰ ਐਡਰੈਸਿੰਗ ਸਮਬਡੀ। ਉਹ ਕਵੀ ਦੀ ਮੋਹਰ ਛਾਪ ਹੈ ਸਿਰਫ। ਉਹਦਾ ਮੀਨਿੰਗ ਹੋਏਗਾ ਹੇ ਨਾਨਕ। ਹੇ ਨਾਨਕ। ਅੱਛਾ ਜੀ, ਥੈਂਕ ਯੂ ਜੀ। ਧੰਨਵਾਦ ਜੀ, ਧੰਨਵਾਦ। ਤੇ ਸੁਰਿੰਦਰ ਕੌਰ ਜੀ, ਤੁਸੀਂ। ਹਾਂਜੀ ਗਿਆਨੀ ਜੀ, ਹਾਂ ਭੈਣ, ਇਹਦਾ ਮਤਲਬ ਦੱਸਿਓ ਜੀ। ਆਪਣੇ 1 ਮਿੰਟ ਜੀ, ਕਿੱਥੇ ਗਿਆ? ਮੁਰਗਾਈ ਨੇ ਸਾਣੇ। ਨਹਿ ਦਾ ਮਤਲਬ ਨਦੀ। ਹਾਂਜੀ, ਨਹਿ ਦਾ ਮਤਲਬ ਹੁੰਦਾ ਨਹਿਰ, ਨਦੀ। ਹਾਂਜੀ। ਸਾਣੇ ਦਾ ਮਤਲਬ ਜਿਵੇਂ, ਅੱਛਾ ਜੀ। ਸਾਣੇ ਦਾ ਮਤਲਬ ਜਿਵੇਂ ਮੁਰਗਾਬੀ ਨਦੀ ਦੇ ਵਿੱਚ ਹੁੰਦੀ ਹੈ ਨਾ। ਅੱਛਾ ਜੀ।
ਠੀਕ ਹੈ ਜੀ ਸੁਰਿੰਦਰ ਕੌਰ ਜੀ, ਠੀਕ ਹੈ ਜੀ। ਧੰਨਵਾਦ ਜੀ। ਤੇ ਠੀਕ ਹੈ ਜੀ, ਸਾਡੇ ਨਾਲ ਬਲਦੀਸ਼ ਕੌਰ ਜੀ ਅਨਮਿਊਟ ਹੋਏ ਆ, ਤੁਸੀਂ ਕੁਝ ਕਹਿਣਾ ਭੈਣ ਜੀ? ਹਾਂਜੀ, ਤਰਲੋਚਨ ਸਿੰਘ, ਵਾਹਿ ਖਾਲਸਾ ਵਾਹਿ ਫਤਿਹ। ਮੈਂ 2 ਕੁਐਸਚਨ ਦੱਸਣੇ ਆ। ਜੀ ਇੱਕ ਤਾਂ ਜਿਹੜਾ ਕਹਿੰਦੇ ਆ ਰਾਜ ਕਰੇਗਾ ਖਾਲਸਾ, ਇਹ ਹਰਿਮੰਦਰ ਸਾਹਿਬ ਨਹੀਂ ਪੜ੍ਹਦੇ, ਜੀ ਉਹ ਪਹਿਲਾਂ ਤੋਂ ਹੀ ਨਹੀਂ ਪੜ੍ਹਦੇ ਹਰਿਮੰਦਰ ਸਾਹਿਬ। ਇੱਥੇ ਠੀਕ ਹੈ। ਆਪਣੇ ਅਕਾਲ ਤਖਤ ਤੇ ਪੜ੍ਹਿਆ ਜਾਂਦਾ, ਉੱਥੇ ਅੱਛਾ ਜੀ। ਹਰਿਮੰਦਰ ਸਾਹਿਬ ਅੰਦਰ ਨਹੀਂ ਪੜ੍ਹਿਆ ਜਾਂਦਾ, ਅਕਾਲ ਤਖਤ ਤੇ ਪੜ੍ਹਿਆ ਜਾਂਦਾ। ਦੂਜੀ ਗੱਲ ਜਿਹੜੀ ਮਾਘੀ ਦੀ ਗੱਲ ਕਰਦੇ ਸੀਗੇ, ਉਹ ਪ੍ਰਿੰਸੀਪਲ ਸਤਵੀਰ ਸਿੰਘ ਦੇ ਲਿਖੀ ਹੋਈਆਂ, ਉਹ ਮੁਕਤਸਰ ਦਾ ਜਿਹੜਾ ਆ, ਉੱਥੇ 40 ਮੁਕਤਿਆਂ ਦੀ ਸ਼ਹੀਦੀ ਨੂੰ ਮਾਘੀ ਦੇ ਸੰਗਰਾਂਦ ਦੇ ਦਿਨ ਕਹਿੰਦੇ ਆ। ਠੀਕ ਹੈ ਜੀ। ਮਾਘੀ ਦਾ ਮੇਲਾ ਕਹਿੰਦੇ ਆ ਨਾ, ਹਾਂਜੀ ਉੱਥੇ ਉਹ 40 ਮੁਕਤਿਆਂ ਨੂੰ ਕਰਦਾਣੇ ਦੀ ਢਾਬ ਤੇ ਜਦੋਂ ਲੜਾਈ ਹੋਈ ਸੀ, ਉਦੋਂ ਫਿਰ ਉਹ 40 ਮੁਕਤਿਆਂ ਨੂੰ ਉੱਥੇ ਉਹਨਾਂ ਨੇ ਫਿਰ ਸ਼ਹੀਦੀ ਦਾ ਦਰਜਾ ਦਿੱਤਾ, ਠੀਕ ਹੈ ਜੀ। ਗੁਰੂ ਗੋਬਿੰਦ ਸਿੰਘ ਜੀ ਨੇ। ਠੀਕ ਹੈ ਜੀ, ਧੰਨਵਾਦ ਜੀ ਬਲਦੀਸ਼ ਕੌਰ, ਓਕੇ ਵੀਰ, ਥੈਂਕ ਯੂ। ਤੇ ਹੋ ਇੱਕ ਮਿੰਟ ਠਹਿਰੋ ਜੀ, ਕੁਲਦੀਪ ਕੌਰ ਤੇ ਉਹਦੇ ਬਾਅਦ ਦੇ ਵਿੱਚ ਦਵਿੰਦਰ ਕੌਰ ਮੇਰੀ ਘਰ ਵਾਲੀ, ਉਹ ਵੀ ਕੁਝ ਕਹਿਣਾ ਚਾਹੁੰਦੀ। ਕੁਲਦੀਪ ਕੌਰ ਜੀ ਤੁਸੀਂ ਕਰੋ ਗੱਲ। ਗਿਆਨੀ ਜੀ, ਤੁਸੀਂ ਦੱਸੋ ਕਿ ਅੰਮ੍ਰਿਤਸਰ ਇਹ ਪੜ੍ਹਦੇ ਆ ਕਾਲ ਰਾਜ ਕਰੇਗਾ ਖਾਲਸਾ? ਤੁਹਾਨੂੰ ਪਤਾ ਹੈ? ਹਾਂਜੀ, ਉਹ ਜਿਹੜੀ ਬੋਲ ਰਹੇ ਨੇ ਉਹ ਠੀਕ ਬੋਲ ਰਹੇ ਨੇ। ਅਕਾਲ ਤਖਤ ਸਾਹਿਬ ਤੇ ਪੜ੍ਹਦੇ ਨੇ, ਹਰਿਮੰਦਰ ਸਾਹਿਬ ਵਿੱਚ ਨਹੀਂ ਪੜ੍ਹਦੇ। ਉਹ ਜਿਹੜੀ ਭੈਣ ਜੀ ਬਲਦੀਸ਼ ਕੌਰ ਨੇ ਇਨਫੋਰਮੇਸ਼ਨ ਦਿੱਤੀ, ਬਿਲਕੁਲ ਠੀਕ ਦਿੱਤੀ। ਠੀਕ ਹੈ, ਥੈਂਕ ਯੂ ਜੀ। ਤੇ ਹਾਂਜੀ ਦਵਿੰਦਰ ਕੌਰ। ਹਾਂਜੀ, ਮੈਂ ਸਿਰਫ ਗਿਆਨੀ ਜੀ ਉਹਨਾਂ ਨੇ ਇਹ ਕਹਿਣਾ, ਗਿਆਨੀ ਜੀ ਇੱਕ ਬੜੀ ਅਮੇਜ਼ਿੰਗ ਚੀਜ਼ ਜਿਹੜੀ ਤੁਸੀਂ ਲਾਸਟ ਦੇ ਵਿੱਚ ਦੱਸੀ ਆ, ਕਿ ਸਿੱਧਾ ਨੇ ਮਹਾਰਾਜ ਨੂੰ ਇਹ ਕੁਐਸਚਨ ਕੀਤਾ ਕਿ ਜੇ ਰੱਬ ਨੂੰ ਮਿਲਿਆ ਜਾਵੇ ਤਾਂ ਉਹ ਮਿਲਣ ਦੀ ਨਿਸ਼ਾਨੀ ਕੀ ਆ ਕਿ ਰੱਬ ਮਿਲ ਗਿਆ ਤੁਹਾਨੂੰ। ਹਾਂਜੀ, ਤੇ ਇਹ ਬਹੁਤ ਅਮੇਜ਼ਿੰਗ ਚੀਜ਼ ਆ ਕਿ ਆਪਾਂ ਸਾਰੇ ਕਹਿੰਦੇ ਆ ਕਿ ਜਿਹੜੇ ਸਿੱਧ ਜਤੀ ਜੋ ਵੀ ਸੀਗੇ, ਉਹਨਾਂ ਕੋਲ ਕਿੱਡੀਆਂ ਪਤਾ ਨਹੀਂ ਹੈਗੀਆਂ ਸੀ ਜਾਂ ਨਹੀਂ ਸੀਗੀਆਂ, ਮਤਲਬ ਆਪਾਂ ਕਹਿੰਦੇ ਤਾਂ ਏਦਾਂ ਹੀ ਨਾ ਕਿ ਉਹ ਸਿੱਧ ਹੋ ਗਏ ਜੋਗੀ ਤੋਂ ਬਾਅਦ। ਦੇਖ ਲਓ ਫਿਰ ਜੇ ਇਹਦਾ ਮਤਲਬ ਉਹਨਾਂ ਦੀ ਉਮਰ ਐਡੀ ਲੰਬੀ ਹੋ ਗਈ, ਬਹੁਤ ਆਪਣੇ ਤਰੀਕੇ ਤੇ ਹੋ ਗਏ ਕਿ ਰੱਬ ਜਿਹੜਾ ਬਾਹਰ ਰੱਬ ਮੰਨ ਕੇ ਉਹ ਬੈਠੇ ਸੀ, ਤੇ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਨੇ ਇਹ ਚੀਜ਼ ਮਤਲਬ ਕੀਤੀ ਹੋਊਗੀ। ਤੇ ਅਖੀਰ ਦੇ ਉੱਤੇ ਫੇਰ ਵੀ ਉਹ ਗੁਰੂ ਨਾਨਕ ਦੇਵ ਜੀ ਨੇ ਪੁੱਛ ਰਹੇ ਆ, ਦੈਟ ਮੀਨਸ ਕਿ ਉਹਨਾਂ ਨੂੰ ਰੱਬ ਨਹੀਂ ਮਿਲਿਆ, ਹਾਂਜੀ, ਹਨਾ, ਰੱਬ ਨਹੀਂ ਮਿਲਿਆ। ਕਿ ਜਿਹੜੇ ਹਜੇ ਅਸੀਂ ਵੀ ਹੁਣ ਵੀ ਸਾਰੇ ਅਸੀਂ ਵੀ ਜਿਹੜੇ ਲੱਗੇ ਹੋ ਇਸੇ ਰੇਸ ਦੇ ਵਿੱਚ ਲੱਗੇ ਹੋ ਕਿ ਸਾਨੂੰ ਰੱਬ ਮਿਲਦਾ ਆ, ਹਨਾ। ਮਤਲਬ ਇਹ ਪ੍ਰੂਵ ਕਰਦਾ ਜਿਹੜੀ ਤੁਸੀਂ ਸਾਨੂੰ ਡੈਫੀਨੇਸ਼ਨ ਦਿੱਤੀ ਆ ਕਿ ਰੱਬ ਜਿਹੜੀ ਇੱਕ ਪਰਮ ਸੱਤਿਆ ਹੈ ਤੇ ਉਹਦੇ ਬਹੁਤ ਅਨੇਕਾਂ ਦੇ ਰੂਪ ਆ, ਤੇ ਦਿਸਦਾ ਜਗਤ ਉਹਦਾ ਮਤਲਬ ਪ੍ਰਤੱਖ ਇੱਕ ਸਾਡੇ ਮੂਹਰੇ ਸਬੂਤ ਆ ਇਹ ਕਿ ਰੱਬ ਬਾਹਰ ਕਿਤੇ ਨਹੀਂ ਬੈਠਾ ਤੇ ਰੱਬ ਤੁਹਾਡੇ ਅੰਦਰ ਹੀ ਹੈ। ਹਾਂਜੀ, ਮੈਨੂੰ ਇਹ ਬਹੁਤ ਅਮੇਜ਼ਿੰਗ ਲੱਗਿਆ ਕਿ ਜਿਹੜਾ ਉਹਨਾਂ ਨੇ ਕੁਐਸਚਨ ਪੁੱਛਿਆ ਤੇ ਉਹ ਬਹੁਤ ਵੈਲਿਡ ਕੁਐਸਚਨ ਆ, ਔਰ ਬਹੁਤ ਵੈਲਿਡ ਸਾਨੂੰ ਉਹਦਾ ਆਨਸਰ ਵੀ ਮਿਲ ਗਿਆ ਆ ਕਿ ਰੱਬ ਉਧਰ ਕਿਤੇ ਹੈ ਨਹੀਂ, ਉਹ ਤੇ ਨਾ ਹੀ ਉਹਨਾਂ ਨੂੰ ਮਿਲਿਆ ਆ ਤੇ ਨਾ ਹੀ ਮਿਲਣਾ ਆ। ਇਹਨਾਂ ਕੰਮਾਂ ਨਾਲ ਨਹੀਂ ਮਿਲਣਾ। ਹਾਂਜੀ, ਇਹਨਾਂ ਕੰਮਾਂ ਦੇ ਨਾਲ ਨਹੀਂ ਮਿਲਣਾ। ਮੈਨੂੰ ਇਹ ਬਹੁਤ ਅਮੇਜ਼ਿੰਗ ਲੱਗੀ ਚੀਜ਼ ਜੀ ਤੁਹਾਡੀ। ਹਾਂ, ਥੈਂਕ ਯੂ, ਧੰਨਵਾਦ। ਠੀਕ ਕਿਉਂਕਿ ਹੈ ਇਹਨਾਂ ਜੀ। ਕੰਮਾਂ ਨਾਲ ਮਿਲੇ ਤਾਂ ਉਹ ਤਾਂ ਜੇ ਵਿਛੜਿਆ ਹੋਏ ਤਾਂ ਹੀ। ਹੁਣ ਆਮ ਲੋਕ ਸਵਾਲ ਕਰਦੇ ਨੇ ਵੀ ਰੱਬ ਨੂੰ ਮਿਲੀਏ ਕਿਵੇਂ, ਤੇ ਉਹਨਾਂ ਵਾਸਤੇ ਨਾ ਇਸ ਅਸਲ 'ਚ ਨਾ ਸਵਾਲ ਹੀ ਗਲਤ ਹੈ ਵੀ ਰੱਬ ਨੂੰ ਕਿਵੇਂ ਮਿਲੀਏ। ਸਵਾਲ ਇਹ ਹੈਗਾ ਵੀ ਰੱਬ ਤੋਂ ਵਿਛੜੀਏ ਕਿਵੇਂ। ਜਿਹੜਾ ਹੈ ਹੀ ਸਰਬ ਵਿਆਪਕ, ਜਿਹਦੇ ਤੋਂ ਬਿਨਾਂ ਕੁਝ ਹੈ ਹੀ ਨਹੀਂ, ਉਹ ਤੋਂ ਵਿਛੜੋਗੇ ਕਿਵੇਂ? ਕਿਹੜੀ ਜਗ੍ਹਾ ਤੇ ਜਾਓਗੇ ਜਿੱਥੇ ਰੱਬ ਨਹੀਂ ਹੈ? ਤੇ ਇਹ ਨਾ ਜਿਵੇਂ ਹੋਰ ਭਾਈ ਰਣਜੀਤ ਸਿੰਘ ਉਹਨਾਂ ਨੇ ਵੀ ਇਹ ਚੀਜ਼ ਕਹੀ। ਸੌਰੀ, ਹਾਂਜੀ ਨਹੀਂ ਬੋਲੋ ਤੁਸੀਂ। ਹਾਂਜੀ, ਮੈਂ ਕਿਹਾ ਉਹਨਾਂ ਨੇ ਵੀ ਇਹ ਚੀਜ਼ ਕਹੀ ਨਾ ਕਿ ਨਾਰਮਲੀ ਇਹ ਕਿਹਾ ਜਾਂਦਾ ਪਰਮਾਤਮਾ ਇੱਕ ਹੈ ਤੇ ਪਰਮਾਤਮਾ ਕਣ ਕਣ ਵਿੱਚ ਹੈ, ਪਰ ਹੋਣਾ ਏਦਾਂ ਚਾਹੀਦਾ। ਉਹ ਕਹਿੰਦੇ ਕਿ ਪਰਮਾਤਮਾ ਹੀ ਹੈ ਤੇ ਕਣ ਕਣ ਹੀ ਪਰਮਾਤਮਾ ਹੈ। ਹਾਂ, ਬਿਲਕੁਲ ਸਹੀ ਗੱਲ ਹੈ। ਹਾਂਜੀ ਹੂੰ, ਹਾਂਜੀ, ਥੈਂਕ ਯੂ ਗਿਆਨੀ ਜੀ, ਧੰਨਵਾਦ ਮੇਰੀ ਭੈਣ। ਧੰਨਵਾਦ ਜੀ। ਵੈਸੇ ਵਧੀਆ ਗੱਲ ਨਿਕਲੀ ਜੀ ਇਹਦੇ ਵਿੱਚੋਂ ਜਿਹੜੀ ਉਹਨਾਂ ਨੇ ਗੱਲ ਕਹੀ ਆ ਵੀ ਜੇ ਜਿਨ੍ਹਾਂ ਨੂੰ ਸਿੱਧ ਕਹਿੰਦੇ ਸੀਗੇ, ਜਿਹੜੇ ਉੱਤੇ ਜਾ ਕੇ ਬੈਠ ਗਏ, ਜਿਨ੍ਹਾਂ ਨੂੰ ਹੋ ਸਕਦਾ ਉਹਨਾਂ ਨੂੰ ਪ੍ਰਾਪਤੀ ਹੋ ਗਈ ਹੋਵੇ ਜਾਂ ਕਿੱਦਾਂ, ਇਸ ਕੁਐਸਚਨ ਤੋਂ ਤਾਂ ਪਤਾ ਲੱਗਦਾ ਪ੍ਰਾਪਤੀ ਕੋਈ ਨਹੀਂ ਹੋਈ। ਜਿਹੜੇ ਅਜੇ ਵੀ ਇੱਦਾਂ ਦੇ ਕੁਐਸਚਨ ਕਰ ਰਹੇ ਆ ਤੇ ਉਹਨਾਂ ਨੂੰ ਇੱਦਾਂ ਨੂੰ ਤੁਸੀਂ ਕਹਿ ਸਕਦੇ ਵੀ ਇਹ ਜਿੱਦਾਂ ਬੰਦਾ ਕੁਆਲੀਫਾਈ ਕਰ ਗਿਆ ਜੀ, ਇਹ ਫੁੱਲੀ ਐਕਸਪਰਟ ਹੈ ਜਾਂ ਕਿੱਦਾਂ, ਨਹੀਂ ਸੀਗੇ, ਕਿਉਂਕਿ ਉਹਨਾਂ ਨੇ ਸਵਾਲ ਹੀ ਇੱਦਾਂ ਦਾ ਕੀਤਾ।
ਬਸ ਨਾ ਜਿਹੜੀ ਗੁਰਬਾਣੀ ਮੁਤਾਬਕ ਚੀਜ਼ ਸਮਝਣ ਵਾਲੀ ਵੀ ਜਿਨ੍ਹਾਂ ਨੂੰ ਰੱਬ ਦੀ ਪ੍ਰਾਪਤੀ ਹੋ ਗਈ ਹੈ ਉਹਨਾਂ ਦੀ ਜ਼ਿੰਦਗੀ ਕੈਸੀ ਹੈ, ਪਹਿਲੀ ਗੱਲ। ਦੂਜੀ ਗੱਲ ਹੈਗੀ ਵੀ ਰੱਬ ਹੈ ਕੀ ਤੇ ਉਹਨੂੰ ਪਾਣ ਦੇ ਸਾਧਨ ਕੀ ਨੇ ਤੇ ਉਹਦੇ ਵਿੱਚ ਜਿਹੜਾ ਮਿਲਿਆ ਹੋਇਆ ਬੰਦਾ ਹੈ ਉਹਦੀ ਨਿਸ਼ਾਨੀ ਕੀ ਹੈ। ਇਹਨਾਂ ਚੀਜ਼ਾਂ ਨੂੰ ਸਮਝਣ ਦੀ ਜ਼ਰੂਰਤ ਸੀ ਜੋ ਸਾਨੂੰ ਗੁਰਬਾਣੀ ਚੋਂ ਮਿਲਦੀਆਂ ਨੇ। ਜੇ ਇਹਨਾਂ ਚੀਜ਼ਾਂ ਨੂੰ ਸਮਝ ਲਵੇ ਤਾਂ ਜ਼ਿੰਦਗੀ ਤਾਂ ਬੜੀ ਸੌਖੀ ਸਿੰਪਲ ਸੀ, ਪਰ ਉਹ ਉਲਝਾ ਦਿੱਤੀ ਹੈ ਕਿਉਂਕਿ ਬਹੁ ਗਿਣਤੀ ਦੀ ਜਿਹੜੀ ਵਿਚਾਰਧਾਰਾ ਸੀ ਕੁਝ ਡਿਫਰੈਂਟ ਹੋਣ ਕਰਕੇ ਤੇ ਅੱਜ ਵੀ ਮਤਲਬ ਕਰਮ ਕਾਂਡ ਜਿਹੜੇ ਨੇ ਉਹਨਾਂ ਦੇ ਵਿੱਚੋਂ ਨਿਕਲਣਾ ਔਖਾ ਹੋਇਆ ਪਿਆ। ਹਾਂਜੀ ਠੀਕ ਹੈ ਜੀ, ਸਹੀ ਹੈ ਜੀ। ਪਰ ਮੈਂ ਇੱਦਾਂ ਕਹਿ ਸਕਦਾ ਜੀ, ਮੇਰੀ ਘਰ ਵਾਲੀ ਨੇ ਜਿਹੜਾ ਇਹ ਸਵਾਲ ਕੀਤਾ ਔਰ ਜਵਾਬ ਦਿੱਤਾ ਤਾਂ ਮੈਂ ਤਾਂ ਧੰਨ ਹੋ ਗਿਆ। ਤਾਂ ਮੇਰਾ ਤਾਂ ਹੁਣ ਮੈਂ ਇੱਦਾਂ ਕਰ, ਮੈਂ ਸੀਟ ਛੱਡ ਦੇਣੀ ਕੱਲ ਨੂੰ ਤੇ ਕੱਲ ਨੂੰ ਉਹਨੂੰ ਇੱਥੇ ਬਿਠਾਲ ਦੇਣਾ। ਹਾਂਜੀ, ਤੇ ਉਹ ਪ੍ਰੋਗਰਾਮ ਕਰਿਆ ਪਰ ਕਰੂਗੀ। ਹੋਰ ਦਾ ਤੇ ਪਤਾ ਨਹੀਂ, ਬਾਕੀ ਬਹੁਤ ਜਿਹੜੀ ਆ ਤੁਸੀਂ ਹੁਣ ਹੋਇਓ। ਕਿਉਂ ਭਾਈ ਸਾਹਿਬ ਆ ਜਿਹੜਾ ਤੁਸੀਂ ਕਿਹਾ ਨਾ ਮੈਂ ਧੰਨ ਹੋ ਗਿਆ, ਹਾਂਜੀ, ਹੁਣ ਸ਼ਾਮ ਨੂੰ ਮਤਲਬ ਤੁਹਾਨੂੰ ਇੱਕ ਤਾਂ ਕਲਾਸ ਤੋਂ ਬਾਅਦ ਪਕੌੜੇ ਤੇ ਰਾਤ ਦੀ ਰੋਟੀ ਵਧੀਆ ਮਿਲੇਗੀ। ਅੱਜ ਤਾਂ ਹੁਣੇ ਮੈਨੂੰ ਆਖਿਆ ਤੇ ਬਾਅਦ ਚ ਚਾਹ ਦੇ ਨਾਲ ਕਈ ਕੁਝ ਮਿਲਣ ਵਾਲਾ ਜੀ, ਮੈਨੂੰ ਬਹੁਤ ਉਮੀਦ ਆ। ਹਾਂਜੀ, ਕੱਲ ਮੈਂ ਦੇਖ ਲਿਓ। ਖੁਸ਼ ਰੱਖਣਾ ਜ਼ਰੂਰੀ ਹੈ। ਠੀਕ ਹੈ ਜੀ, ਠੀਕ ਹੈ। ਸਾਡੇ ਨਾਲ ਅਵਤਾਰ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਆ? ਕਹਿਣਾ ਜੀ, ਜਿਹੜਾ ਹਰਮੰਦਰ ਸਾਹਿਬ ਹੀ ਹੁਣ ਕਹਿੰਦੇ ਆ ਦਰਬਾਰ ਸਾਹਿਬ ਵੀ ਉੱਥੇ ਹੀ ਦੋ ਥਾਂ ਆ, ਬਾਹਲੀ ਦੂਰ ਨਹੀਂ, ਇੱਕ ਥਾਂ ਕਹਿੰਦੇ ਦੂਏ ਥਾਂ ਨਹੀਂ ਕਹਿੰਦੇ। ਹਾਂਜੀ, ਅਕਾਲ ਤਖਤ ਤੇ ਕਹਿੰਦੇ ਆ ਨਾ ਵੀ, ਉਹ ਕਹਿੰਦੇ ਆ ਵੀ ਉੱਥੇ ਪੜ੍ਹਿਆ ਜਾਂਦਾ, ਕਿਉਂਕਿ ਅਕਾਲ ਤਖਤ ਦਾ ਜਿਹੜਾ ਕਨਸੈਪਟ ਆ ਉਹ ਕਹਿ ਲਓ ਜਿੱਦਾਂ ਮੰਨਿਆ ਜਾਂਦਾ, ਉਹਦੇ ਮੁਤਾਬਕ ਹਰਮੰਦਰ ਸਾਹਿਬ ਦਾ ਕਨਸੈਪਟ ਡਿਫਰੈਂਟ ਆ। ਉਹ ਧਰਮ ਆ ਤੇ ਉਹ ਆਪਣਾ ਵੀਰ ਜੀ, ਆਪਣਾ ਵੀਰ ਤਰਲੋਚਨ ਸਿੰਘ ਜੀ, ਹਰਮੰਦਰ ਸਾਹਿਬ ਦੇ ਵਿੱਚ ਨਾ ਜਕਾਰਾ ਵੀ ਨਹੀਂ ਜਾਂਦੇ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਜੀ, ਦੋਹਰਾ ਵੀ ਨਹੀਂ ਪੜ੍ਹਦੇ, ਮਤਲਬ ਆਪਣਾ ਰਾਜ ਕਰੇਗਾ ਖਾਲਸਾ ਇਹ ਵੀ ਨਹੀਂ ਪੜ੍ਹਦੇ, ਔਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਜਕਾਰਾ ਵੀ ਨਹੀਂ ਬੁਲਾਉਂਦੇ। ਗਿਆਨੀ ਜੀ ਫਿਰ ਕੀ ਗੱਲ ਇਹ, ਜਾਨੀ ਕਾਹਦੇ ਜੁਦਾ ਜੁਦਾ ਆ, ਉੱਥੇ ਕਾਹਦੇ ਕਹਿੰਦੇ ਆ ਤਾਂ ਇੱਧਰ ਕਾਹਦੇ ਫਿਰ ਹੋਰ ਮਰਜ਼ਾਦਾ ਉੱਥੇ ਆ, ਉੱਥੇ ਹੋਰ ਮਰਜ਼ਾਦਾ ਹੈ ਜੀ? ਬਸ ਉਹ ਜਿਵੇਂ ਕਹਿੰਦੇ ਨੇ ਵੀ ਉਹ ਪੁਰਾਤਨ ਚੱਲੀ ਆਉਂਦੀ ਹੈ ਜਾਂ ਜਿਸ ਤਰ੍ਹਾਂ ਵੀ, ਇਹ ਤਾਂ ਹੁਣ ਜਵਾਬ ਉਹ ਅਕਾਲ ਤਖਤ ਦੇ ਜਹੇਦਾਰ ਸਾਹਿਬ ਹੀ ਦੇ ਸਕਦੇ ਜੀ ਇਹਦੇ ਬਾਰੇ। ਤਾਂ ਇਹ ਤਾਂ ਮਤਲਬ ਜੀ ਇੱਕ ਤਾਂ ਗਲਤ ਆ, ਫਿਰ ਇੱਕ ਠੀਕ ਆ, ਇੱਕ ਗਲਤ ਆ। ਹਾਂਜੀ, ਇਹ ਤਾਂ ਹੁਣ ਇਹ ਜਵਾਬ ਤਾਂ ਫਿਰ ਉਹ ਅਕਾਲ ਤਖਤ ਦੇ ਜਹੇਦਾਰ ਸਾਹਿਬ ਜੇ ਦੇ ਸਕਦੇ ਨੇ ਨਾ। ਬਿਲਕੁਲ ਬਿਲਕੁਲ, ਕਿਉਂਕਿ ਸਾਡੀ ਪਹੁੰਚ ਤੋਂ ਇਹ ਸਵਾਲ ਜਿਹੜੇ ਬਾਹਰ ਹੈ, ਅਸੀਂ ਤਾਂ ਸਵਾਲ ਕਰ ਹੀ ਸਕਦੇ ਹਾਂ। ਕਰ ਸਕਦੇ ਹਾਂ, ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਬਲਜੀਤ ਕੌਰ ਜੀ, ਤੁਸੀਂ ਕੁਝ ਕਹਿਣਾ? ਨਹੀਂ, ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਹੀ ਸੀ। ਖੁਸ਼ ਰਹਿਣਾ ਚਾਹੀਦਾ, ਖੁਸ਼ ਰੱਖੋ ਤਾਂ ਹੀ ਲਾਈਫ ਚੱਲੇਗੀ ਨਾ। ਠੀਕ ਹੈ ਜੀ, ਠੀਕ ਹੈ। ਮੈਂ ਤਾਂ ਸਾਰਿਆਂ ਨੂੰ ਕਹਾਂ ਜੀ ਖੁਸ਼ ਰਹੋ ਤੇ ਖੁਸ਼ੀਆਂ ਘਰ ਚ ਵੰਡੋ ਤੇ ਸਾਰਿਆਂ ਨੂੰ ਦਿਓ ਜਿੰਨੀਆਂ ਵੀ ਦੇ ਸਕਦੇ। ਜ਼ਰੂਰੀ ਹੈ, ਬਹੁਤ ਜ਼ਰੂਰੀ। ਘਰ ਦੇ ਵਿੱਚੋਂ ਸ਼ੁਰੂ ਕਰਨਾ ਨਾ ਅਸੀਂ। ਹਾਂਜੀ, ਘਰ ਚੋਂ ਸ਼ੁਰੂ ਕਰਨਾ। ਹਰ ਕੋਈ ਆਪਣੇ ਘਰ ਦੇ ਵਿੱਚ 2-4 ਮਿੰਟ ਹੱਸਿਆ ਕਰੋ ਜ਼ਰੂਰ, ਤਾਂ ਕਿ ਉਹ ਹਾਸਾ ਤੁਹਾਡੇ ਸਾਰਾ ਦਿਨ ਹੀ ਉਹ ਮਲਟੀਪਲਾਈ ਹੋਈ ਜਾਵੇ। ਜਿੱਦਾਂ ਗਿਆਨੀ ਜੀ ਨੇ ਵੀ ਕਿਹਾ ਸੀਗਾ ਨਾ ਵੀ ਉਹਨੂੰ ਰਿਪੀਟ ਕਰੀ ਚਲੋ, ਪਰ ਹੱਸਣ ਦੀ ਬਜਾਏ ਆਪਾਂ ਉਲਟੇ ਕਰ ਲੈਂਦੇ ਆ, ਤਾਂ ਇਸ ਕਰਕੇ ਉਹ ਗਲ ਪੈਣ ਦਾ ਕੁਝ ਹੋਰ। ਚਲੋ ਠੀਕ ਹੈ ਜੀ। ਹੋਰ ਕੋਈ ਅਨਮਿਊਟ ਨਹੀਂ ਜੀ? ਧੰਨਵਾਦ ਸਾਰਿਆਂ ਦਾ ਬਹੁਤ ਬਹੁਤ, ਅੱਜ ਜਿਨ੍ਹਾਂ ਨੇ ਵੀ ਹਿੱਸਾ ਲਿਆ ਆਪਣੀ ਗੱਲਬਾਤ ਦੇ ਵਿੱਚ, ਵੀ ਪਹਿਲਾਂ ਵੀ ਤੇ ਹੁਣ ਵੀ। ਤੇ ਆਪਾਂ ਕੱਲ ਨੂੰ ਫਿਰ ਕਥਾ ਦਾ ਅਗਲਾ ਚੈਪਟਰ ਸ਼ੁਰੂ ਕਰਾਂਗੇ ਜੀ, ਕੱਲ ਨੂੰ ਆ ਕੇ ਫਿਰ। ਤੇ ਉਤਾਂ ਹੀ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।